क्या कल्ला मुंडा कल्ली कुड़ी नाल ਜ਼ਬਰਦਸਤੀ ਕਰਕੇ ਰੇਪ ਕਰ ਸਕਦਾ? ਜਾਂ ਤਾਂ ਉਹਦੀ ਕੰਸੈਂਟ ਹੋਏਗੀ ਜਾਂ ਉਹ ਨਸ਼ੇ 'ਚ ਹੋਏਗੀ, ਤੇ ਜਾਂ ਕੰਸੈਂਟ ਦਾ ਮਤਲਬ ਪੂਰੀ ਸਹਿਮਤ ਹੋਏਗੀ, ਉਹਨੂੰ ਪਤਾ ਹੋਏਗਾ ਕਿ ਯੈਸ ਮੈਂ ਇਹਨੂੰ ਕਰਨਾ ਹੈ। ਬਿਨਾਂ ਉਹਦੇ ਤੋਂ ਕੱਲਾ ਨਹੀਂ ਕਰ ਸਕਦਾ। 2 ਜਾਂ 3 ਜਾਂ 4 ਜਾਣੇ ਹੋਣਗੇ, ਕੋਈ ਲੱਤਾਂ ਫੜੇਗਾ, ਕੋਈ ਬਾਹਾਂ ਫੜੇਗਾ। ਜਿੱਥੇ 'ਚ ਜੱਦੋ ਜਦ ਚੱਲ ਰਹੀ ਹੈ ਕਿ ਮੈਂ ਨਹੀਂ ਹੋਣ ਦੇਣਾ ਤੇ ਉਹ ਕਹਿੰਦਾ ਮੈਂ ਕਰਨਾ ਹੈ, ਉਹ ਜੱਦੋ ਜਹਿਦ 'ਚ ਵੀ ਕੁਝ ਨਹੀਂ ਹੋ ਸਕਦਾ। ਜ਼ਿਆਦਾਤਰ ਤੇ ਇਹੋ ਜਿਹੇ ਮੁੱਦਿਆਂ 'ਚ ਕੁੜੀਆਂ ਪੈਸੇ ਲੈਂਦੀਆਂ ਨੇ। ਮੈਂ ਇਹੋ ਜਿਹੇ ਕੇਸ ਵੇਖੇ 5 ਲੱਖ 10 ਲੱਖ ਧੰਦਾ ਬਣਾਇਆ ਹੋਇਆ ਕਈਆਂ ਨੇ। ਤੇ ਮੈਂ ਕਹਿੰਦਾ ਸਿਰਫ 1% ਕੇਸ ਜੈਨੂਨ ਹੈ, 99% ਕੇਸ ਬਲੈਕਮੇਲਿੰਗ ਦੇ ਆ। ਜ਼ਿਆਦਾਤਰ ਕੇਸਾਂ 'ਚ ਲੜਕੀਆਂ ਇਹ ਦੇਖਦੀਆਂ ਕਿ ਮੁੰਡਾ ਠੀਕ ਠਾਕ ਹੈ, ਸੋਹਣਾ ਸੁਨੱਖਾ, ਗੱਡੀ ਰੱਖੀ ਹੈ, ਮੇਰੇ ਤੇ 10-20-50 ਹਜ਼ਾਰ ਰੁਪਏ ਮਹੀਨਾ ਖਰਚੂਗਾ, ਤੇ ਆਪਣੇ ਲਾਲਚ ਲਈ ਉਹਨੂੰ ਜਾਲ 'ਚ ਫਸਾਉਂਦੀਆਂ ਨੇ। ਇਕੱਲੇ ਰੂਮ 'ਚ ਵੀ ਜਾਂਦੀਆਂ ਨੇ, ਹੋਟਲਾਂ 'ਚ ਵੀ ਜਾਂਦੀਆਂ ਨੇ। ਜਾਣ ਤੋਂ ਬਾਅਦ ਜਦ ਤੱਕ ਤੇ ਉਹ ਸਾਰਾ ਕੁਝ ਚੱਲਦਾ ਹੈ, ਮਿਨਰਲ ਵਾਟਰ ਦੀਆਂ ਬੋਤਲਾਂ, ਗੁੱਚੀ ਦੇ ਪਰਫਿਊਮ, ਫਸਟ ਕਾਪੀ ਚੀਜ਼ਾਂ ਦੀ, ਆਈਫੋਨ ਗਿਫਟ ਮਿਲਦੇ ਰਹਿੰਦੇ ਨੇ। ਇੱਕ ਟਾਈਮ ਤੇ 2 ਤੋਂ ਵੱਧ ਮੁੰਡਿਆਂ ਨਾਲ ਰਿਲੇਸ਼ਨਸ਼ਿਪ ਰਹਿੰਦਾ, ਔਰ ਜਦ ਤੱਕ ਤੇ ਉਹ ਪਰਦੇਫਾਸ਼ ਨਹੀਂ ਹੁੰਦੇ ਤਦ ਤੱਕ ਤਾਂ ਸੈਕਸ਼ੂਅਲ ਰਿਲੇਸ਼ਨ ਵੀ ਬਣਦਾ, ਪਰਸਨਲ ਰਿਲੇਸ਼ਨ ਵੀ ਬਣਦੇ ਨੇ। ਔਰ ਜੇ ਮੁੰਡਾ ਕਹਿੰਦਾ ਮੇਰੇ ਨਾਲ ਵਿਆਹ ਕਰਾ ਲਓ, ਤੇ ਵਿਆਹ ਕਰਾਉਣ ਲੱਗਿਆ ਉਹ ਕਹਿੰਦੀ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ। ਕਾਰਨ ਹੈ ਕਿ ਉਹਨੇ 4 ਬੰਦਿਆਂ ਨੂੰ ਤਾਂ ਪਹਿਲਾਂ ਹੀ ਵਾਅਦਾ ਕੀਤਾ ਹੁੰਦਾ, ਹੁਣ ਇੱਕ ਨਾਲ ਵਿਆਹ ਕਰਾ ਲੇਗੀ, ਬਾਕੀ 3 ਕੀ ਕਰਨਗੇ ਜਿਨ੍ਹਾਂ ਕੋਲੋਂ ਖਰਚਾ ਆ ਰਿਹਾ। ਪਰ ਜਦੋਂ ਫਿਰ ਕੋਈ ਮੁੰਡਾ ਵਿਆਹ ਕਰਾਉਣ ਵਾਲੇ ਪਾਸੇ ਚੱਲਦਾ ਤੇ ਫਿਰ ਉਹਦੇ ਤੇ ਐਪਲੀਕੇਸ਼ਨ ਦੇ ਦਿੰਦੀਆਂ ਨੇ ਕਿ ਜੀ ਇਹਨੇ ਮੇਰੇ ਨਾਲ ਬਲਾਤਕਾਰ ਕੀਤਾ। ਜੇ ਵਿਆਹ ਕਰਾਉਣ ਦਾ ਪ੍ਰੋਮਿਸ ਕਰਕੇ ਵੀ ਲੜਕੀ ਕਹਿੰਦੀ ਮੇਰੇ ਨਾਲ ਰੇਪ ਕੀਤਾ ਪਰ ਇਹਨੇ ਮੇਰੇ ਨਾਲ ਵਿਆਹ ਨਹੀਂ ਕਰਾਇਆ, ਬਿਯੋਂਡ ਹਿਸ ਕੰਟਰੋਲ, ਅਕਿਊਜ਼ਡ ਨਾਟ ਗਿਲਟੀ ਆਫ ਅਫੈਂਸ ਆਫ ਰੇਪ, ਕਿ ਜਿਹੜਾ ਦੋਸ਼ੀ ਹੈ ਉਹ ਬਲਾਤਕਾਰ ਦਾ ਜੁਰਮ ਦਾ ਭਾਗੀਦਾਰ ਨਹੀਂ ਹੈ। ਲੜਕੀ ਦੇ ਫਰੰਟ ਆਰਗਨ ਵੱਲੋਂ ਅਸੀਂ ਸੈਕਸ਼ੂਅਲ ਇੰਟਰਕੋਰਸ ਕੀਤਾ, ਅੱਜ ਕੀਤਾ ਤੇ ਅਗਲੇ ਸਾਲ ਤੱਕ ਉਹਦੀ ਮੈਡੀਕਲ ਜਾਂਚ ਵਿੱਚ ਰਿਪੋਰਟ ਆ ਜੂਗੀ ਇਹਨੇ 1 ਸਾਲ ਦੇ ਦੌਰਾਨ ਸੈਕਸ ਕੀਤਾ ਸੀ। ਜੇ ਉਹ ਬਾਡੀ ਦੇ ਪਿਛਲੇ ਪਾਰਟ ਤੋਂ ਨਹੀਂ ਕੀਤਾ ਜਾਵੇ ਤਾਂ 2 ਸਾਲ ਤੱਕ ਉਹਦੀ ਮੈਡੀਕਲ ਰਿਪੋਰਟ ਸਾਹਮਣੇ ਆ ਜਾਂਦੀ ਹੈ। ਇਹੋ ਜਿਹੇ ਹਾਲਾਤਾਂ ਵਿੱਚ ਲੜਕੇ ਦੀ ਡਿਊਟੀ ਬਣਦੀ ਹੈ ਪਹਿਲੀ ਗੱਲ ਤੇ ਇਹ ਦੱਸੇ। ਸੈਕਿੰਡ, ਉਹ ਮੁੱਕਰੇ ਨਾ। ਲੋਕ ਡਰ ਜਾਂਦੇ ਨੇ, ਡਰ ਕੇ ਮੁੱਕਰਦੇ ਨੇ। ਜਦੋਂ ਮੁੱਕਰਦੇ ਨੇ ਤੇ ਪੁਲਿਸ ਕੋਲ ਮਸਾਲਾ ਮਿਲ ਜਾਂਦਾ ਹੈ, ਪੁਲਿਸ ਕਹਿੰਦੀ ਯੈਸ ਇਹ ਬੰਦਾ ਗਲਤ ਹੈ, ਇਹਨੂੰ ਠੋਕੋ। ਪੁਲਿਸ ਨੂੰ ਸਹੀ ਹਾਲਾਤ ਦੱਸੇ ਜਾਣ। ਲੜਕੀ ਵੀ ਤੁਹਾਡੇ ਨਾਲ ਰਾਜੀ ਹੈ, ਹੋਟਲ 'ਚ ਪਹਿਲਾਂ ਲੜਕੀ ਨੂੰ ਭੇਜੋ, ਉਹਨੂੰ ਕੋ ਆਪਣਾ ਆਧਾਰ ਕਾਰਡ ਦੇ ਜੈਨੂਨ ਵਾਲਾ ਕਮਰਾ ਬੁੱਕ ਕਰਾ ਆਪਣੇ ਨਾਲ। ਕੋਈ ਹੋਟਲ 'ਚ ਰੇਡ ਵੀ ਵੱਜੇ ਤੇ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਕਿਉਂਕਿ ਤੁਹਾਡੇ ਆਧਾਰ ਕਾਰਡ ਜੈਨੂਨ ਨੇ। ਪਰ ਪਹਿਲਾਂ ਲੜਕੀ ਨੂੰ ਭੇਜੋ, ਫਿਰ ਆਪਣਾ ਆਧਾਰ ਕਾਰਡ ਦੇ ਕੇ ਜਾਓ, ਰਾਤ ਰਹੋ, ਜੋ ਤੁਹਾਡੀ ਆਪਸੀ ਇੱਛਾ ਹੈ ਉਹਨੂੰ ਪੂਰਨ ਕਰੋ ਤੇ ਘਰ ਆਓ। ਮੈਂ ਪਹਿਲਾਂ ਕਿਹਾ ਜਾਂਦਾ ਸੀ ਬਹਿਲਾ ਫੁਸਲਾ ਕੇ ਜਾਂ ਗੱਲਾਂ 'ਚ ਲੈ ਕੇ, ਐਗਜ਼ੈਕਟ ਸ਼ਬਦ ਵਰਤਿਆ ਤੁਸੀਂ, ਬਹਿਲਾ ਫੁਸਲਾ ਕੇ। ਅੱਜ ਦੀ ਨਾਰੀ ਬਹਿਲਾ ਫੁਸਲਾ ਕੇ ਬੱਚਾ ਨਹੀਂ ਕਾਬੂ ਆਉਂਦਾ ਯਾਰ। ਬੱਚੇ ਨਾਲ ਤੁਸੀਂ ਪ੍ਰੋਮਿਸ ਕਰ ਦਿਓ ਕਿ ਮੈਂ ਤੈਨੂੰ ਟੌਫੀ ਲੈ ਕੇ ਦੇਣਾ, ਮੇਰਾ ਇਹ ਕੰਮ ਕਰ ਦੇ, ਉਹ ਕਹਿੰਦਾ ਪਹਿਲਾਂ ਟੌਫੀ ਲੈ ਕੇ ਦੇ ਫਿਰ ਕਰੋ। ਜੇ ਬੱਚਾ 6 ਤੋਂ 7 ਸਾਲ ਦਾ ਸਿਰਫ ਉਹਦੇ ਪੇਰੈਂਟਸ ਵੱਲੋਂ ਇੰਨਾ ਇਲਜ਼ਾਮ ਲਾਣਾ ਵੀ ਕਿ ਇਹਦੇ ਪ੍ਰਾਈਵੇਟ ਪਾਰਟ ਨੂੰ ਕਿਸੇ ਨੇ ਟੱਚ ਕੀਤਾ ਤੇ ਆਲਮੋਸਟ ਉਮਰ ਕੈਦ ਤੱਕ ਜਾਂ 20 ਸਾਲ ਬੰਦਾ ਅੰਦਰ ਜਾਂਦਾ। ਵੈਸੇ ਤੇ ਗੰਦਾ ਕੰਮ ਕਰੋ ਹੀ ਨਾ। ਮੇਰੀ ਪੰਚ ਲਾਈਨ ਅੱਜ ਦੀ ਇਹ ਹੈ ਕਿ ਇਸ ਪਾਸੇ ਜਾਓ ਹੀ ਨਾ। ਮਾਂ ਪਿਓ ਨੇ ਤੁਹਾਡਾ ਵਿਆਹ ਕਰ ਹੀ ਦੇਣਾ ਕਿ ਆਥੋਰਾਈਜ਼ਡ ਸੈਕਸ ਵਰਕਰ ਸੈਂਟਰ ਖੋਲ੍ਹ ਦਿਓ, ਰੌਲਾ ਮੁੱਕ ਜੂਗਾ। ਸਰ ਦੇਖੋ, ਮੇਰੀ ਇੱਛਾ ਮੈਂ ਕਰਨਾ ਚਾਹੁੰਦਾ, ਤੁਹਾਡੀ ਇੱਛਾ ਤੁਸੀਂ ਵੀ ਕਰਨਾ ਚਾਹੁੰਦੇ ਹੋ, ਤੇ ਇੱਕ ਹੋਟਲ ਹੋਵੇ, 2 ਐਂਟਰੀਆਂ ਸੈਪਰੇਟ ਹੋਣ, ਲੜਕੀ ਇੱਕ ਪਾਸਿਓਂ ਜਾਵੇ, ਉੱਥੇ ਉਹਦੇ ਕਾਉਂਸਲਰ ਬੈਠੇ ਹੋਣ, ਉਹ ਆਪਣਾ ਆਇਡੈਂਟੀ ਪ੍ਰੂਫ ਦੇਵੇ ਕਿ ਹਾਂਜੀ ਮੇਰਾ ਮਨ ਹੈ ਅੱਜ ਮੈਂ ਕਰਨਾ ਹੀ ਆ। ਮੁੰਡਾ ਕਹਿੰਦਾ ਹਾਂਜੀ ਮੈਂ ਵੀ ਕਰਨਾ ਹੈ ਜੀ। ਅੰਦਰ ਜਾ ਕੇ ਤੁਹਾਨੂੰ ਫ੍ਰੀ ਸੈਕਸ ਦੀ ਪਾਵਰ ਹੋਵੇ ਕਿ ਤੁਸੀਂ ਕਰੋ। ਫੋਰਨ 'ਚ ਹੈਗੇ ਨੇ, ਆਸਟਰੀਆ ਵਿੱਚ ਕਾਲਜ ਖੁੱਲ੍ਹਿਆ ਆ, ਸਕੂਲ ਆਫ ਸੈਕਸ, 6 ਮਹੀਨੇ ਦਾ ਕੋਰਸ ਹੈ, ਲੱਖ ਰੁਪਏ ਫੀਸ ਹੈ, ਜਾਓ ਸਿੱਖਾਓ ਜੀ। ਕਿਹੜਾ ਨਹੀਂ ਕਰਦੇ? ਮੈਂ ਵਿਆਹ ਕੀਤਾ, ਮੈਂ ਸਭ ਕੁਝ ਕੀਤਾ ਨਾ, ਮੈਂ ਬੱਚਾ ਪੈਦਾ ਕੀਤਾ, ਮੈਂ ਕਰਨਾ ਚਾਹੁੰਦਾ, ਮੇਰੇ ਕੋਲ ਜਗ੍ਹਾ ਹੋਵੇ, ਮੈਂ ਜਾਵਾਂ, ਉਹਦੇ ਪੈਸੇ ਭਰਾਂ ਤੇ ਮੈਂ ਕਰਕੇ ਆ ਜਾ। ਨਾ ਕੋਈ ਦੇਖੋ ਸਾਡੇ ਸਮਾਜ ਦੀ ਕਿੰਨੀ ਬੁਰਾਈ ਬਚੇਗੀ, ਸਾਡੇ ਸੋਸਾਇਟੀ 'ਚ ਜੋ ਗੰਦ ਫੈਲ ਰਿਹਾ ਉਹ ਬਚੇਗਾ, ਬਦਨਾਮੀ ਤੋਂ ਬਚਾਂਗੇ। ਪੰਜਾਬ, ਸਾਡੀ ਪੁਲਿਸ, ਸਾਡੇ ਕੋਰਟਾਂ, ਕਿੰਨਾ ਕੁਝ ਖਾਲੀ ਹੋ ਜਾਏਗਾ ਕਿ ਉਹ ਮੁੱਦਾ ਹੀ ਨਹੀਂ ਆਣਾ। ਉੱਥੇ ਦੋਨੋਂ ਆਪਣੀ ਕੰਸੈਂਟ ਨਾਲ ਗਏ, ਉੱਥੋਂ ਦਾ ਪੇਡ ਵਰਕਰ ਲੈ ਲਓ, ਚਾਹੇ ਆਪਣਾ ਸਾਥੀ ਨਾਲ ਲੈ ਜਾਓ, ਚੈਪਟਰ ਹੀ ਰੌਲਾ ਹੀ ਖਤਮ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਮਸਲੇ ਜੇ ਕਹੀਏ ਕਿ ਅੱਜ ਕੱਲ੍ਹ ਦੇਖ ਰਹੇ ਹਾਂ, ਜਿਹਦੇ ਵਿੱਚ ਹੁੰਦਾ ਇਹ ਹੈ ਕਿ ਪਹਿਲਾਂ ਮੁੰਡਾ ਕੁੜੀ ਆਪਸੀ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ, ਸਹਿਮਤੀ ਦੇ ਨਾਲ ਰਹਿੰਦੇ ਨੇਗੇ। ਉਦੋਂ ਬਾਅਦ ਦੇ ਵਿੱਚ ਹੁੰਦਾ ਹੈ ਕਿ ਕਿਸੇ ਨਾ ਕਿਸੇ ਕਾਰਨ ਹੈ ਜਿਹੜਾ ਕੋਈ ਲੜਾਈ ਝਗੜਾ ਜਾਂ ਫਿਰ ਦੋਨਾਂ ਦੀ ਕੋਈ ਅਜਿਹੀਆਂ ਮਜਬੂਰੀਆਂ ਜਾਂ ਕਹੀਏ ਕਿ ਸ਼ੌਂਕ ਜਦੋਂ ਪੂਰੇ ਹੋ ਜਾਂਦੇ ਨੇ, ਉਦੋਂ ਬਾਅਦ ਦੇ ਵਿੱਚ ਜਦੋਂ ਵੱਖਰੇਵੇਂ ਹੁੰਦੇ ਨੇ ਤਾਂ ਫਿਰ ਉਹ ਮਾਮਲੇ ਕਈ ਵਾਰ ਕੋਰਟਾਂ ਤੱਕ ਪਹੁੰਚਦੇ ਨੇਗੇ। ਸਭ ਤੋਂ ਵੱਡੀ ਗੱਲ ਇਹਨਾਂ 'ਚ ਉਦੋਂ ਹੁੰਦੀ ਹੈ ਜਦੋਂ ਕਹੀਏ ਕਿ ਇੱਕ ਧਿਰ ਇਹ ਗੱਲ ਕਹਿੰਦੀ ਹੈ ਵੀ ਮੈਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਸੀ, ਮੇਰੇ ਨਾਲ ਗਲਤ ਹੋ ਗਿਆ। ਜ਼ਿਆਦਾ ਤੌਰ ਤੇ ਜੇ ਦੇਖੀਏ ਤਾਂ ਜਿਸਮਾਨੀ ਸੰਬੰਧ ਜਦੋਂ ਬਣਦੇ ਨੇਗੇ ਉਹਨਾਂ ਨੂੰ ਹੀ ਬਲਾਤਕਾਰ ਦਾ ਨਾਮ ਹੈ ਜਿਹੜਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਜਿਹੜੇ ਕਹੀਏ ਕਿ ਜੈਨੂਨੀ ਜਿਹੜੀਆਂ ਇਹ ਹੁੰਦੀਆਂ ਨੇ, ਖੈਰ ਉਹ ਤਾਂ ਬਹੁਤ ਵੱਡੇ ਦੁੱਖ ਦੀ ਘੜੀ ਹੁੰਦੀ ਹੈ ਕਿਸੇ ਵੀ ਕੁੜੀ ਦੇ ਵਾਸਤੇ, ਪਰ ਕਈ ਥਾਂ ਤੇ ਕੋਰਟਾਂ ਵੀ ਇਹ ਚੀਜ਼ ਮੰਨ ਚੁੱਕੀਆਂ ਨੇ ਕਿ ਇਹ
ਮਾਮਲਾ ਹੀ ਗਲਤ ਸੀਗਾ ਤੇ ਸੁਪਰੀਮ ਕੋਰਟ ਦੇ ਕਿਸ ਤਰ੍ਹਾਂ ਦੀ ਰੂਲਿੰਗ ਆ ਤੇ ਕੀ ਉਹਨਾਂ ਦੇ ਹੁਕਮ ਸੁਣਾਏ ਨੇ, ਕਿਉਂਕਿ ਕਈ ਮਾਮਲੇ ਉਹਨਾਂ ਨੇ ਜਿੱਥੇ ਰੱਦ ਕਰੇ ਤਾਂ ਕਈਆਂ ਦੀ ਸਜ਼ਾਵਾਂ ਵੀ ਮਾਫ ਕਰੀਆਂ ਨੇ। ਐਡਵੋਕੇਟ ਸੁਨੀਲ ਮੱਲਨ ਨੇ ਸਾਡੇ ਨਾਲ, ਉਹਨਾਂ ਨਾਲ ਗੱਲ ਕਰਾਂਗੇ। ਮੱਲਨ ਸਾਹਿਬ, ਦੇਖੀਏ ਜਦੋਂ ਤੱਕ ਤਾਂ ਸਭ ਕੁਝ ਠੀਕ ਚੱਲਦਾ ਰਹਿੰਦਾ ਉਦੋਂ ਤੱਕ ਤਾਂ ਲੱਗਦਾ ਹੁੰਦਾ ਵੀ ਇੱਕ ਦੂਜੇ ਪਿੱਛੇ ਜਿਹੜੀ ਜਾਨ ਕੁਰਬਾਨ ਕਰ ਦੇਣੀ ਆ, ਪਰ ਉਦੋਂ ਬਾਅਦ ਦੇ ਵਿੱਚ ਉਦੋਂ ਤੱਕ ਫਿਲਮ ਰੰਗੀਨ ਹੈ, ਫਿਰ ਉਹ ਬਲੈਕ ਐਂਡ ਵਾਈਟ ਹੋ ਜਾਂਦੀ ਹੈ। ਬਲੈਕ ਐਂਡ ਵਾਈਟ ਦੇ ਨਾਲ ਨਾਲ ਇਹ ਵੀ ਆ ਵੀ ਪਰਿਵਾਰ ਤਬਾਹ ਤੱਕ ਹੋ ਜਾਂਦੇ ਨੇ ਕਈ ਵਾਰ ਇਹਦੇ ਵਿੱਚ, ਪਰ ਗੱਲ ਇਹ ਹੈ ਵੀ ਕਾਨੂੰਨ ਦੀ ਕਿਤਾਬਾਂ ਕੀ ਕਹਿੰਦੀਆਂ ਨੇ ਇਹਦੇ 'ਚ। ਦੇਖੋ, ਮਾਨਯੋਗ ਅਦਾਲਤਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਜ਼ਿਆਦਾਤਰ ਕੁੜੀਆਂ ਅੱਜਕੱਲ੍ਹ ਬਲੈਕਮੇਲ ਕਰਦੀਆਂ ਪਈਆਂ। ਮੈਂ ਜੇ ਆਹ ਦੇਖੋ, ਮੇਰੀ ਕਿਤਾਬ ਦੇਖੋ ਤੁਸੀਂ, ਇਹ ਸਾਡਾ ਗ੍ਰੰਥ ਹੈ ਕਾਨੂੰਨ ਦਾ। ਇਹਦੇ 'ਚ ਇੰਡੀਅਨ ਪੈਨਲ ਕੋਡ 1860, 1860 'ਚ ਕਾਨੂੰਨ ਬਣਿਆ ਸੀ, ਬੇਸਿਕ ਲਾਅ ਜਿਹੜਾ ਬਣਿਆ ਸੀ, ਮਾਈਨਰ ਅਮੈਂਡਮੈਂਟ ਆਈਆਂ। ਤੇ 1860 'ਚ ਸਾਡੇ ਘਰ ਦੀ ਇੱਕ ਲੇਡੀ, ਉਦੋਂ ਦੇ ਜ਼ਮਾਨੇ 'ਚ ਸੋਚ ਵੇਖੋ ਕਿ ਉਹ ਇੱਕ ਚਾਰ ਦੀਵਾਰੀ ਦੇ ਅੰਦਰ ਸੀ, ਪਰਦੇ 'ਚ ਸੀ, ਉਹਨੂੰ ਦੀਨ ਦੁਨੀਆ ਬਾਰੇ ਕੀ ਗੁਆਂਢੀਆਂ ਦਾ ਨਹੀਂ ਸੀ ਪਤਾ ਹੁੰਦਾ ਕਿ ਕੌਣ ਹੈ। ਵੱਧ ਤੋਂ ਵੱਧ ਦੋ ਘਰ ਇੱਧਰ ਤੇ ਦੋ ਘਰ ਉੱਧਰ, ਜਿਹਦੇ ਨਾਲ ਉਹਦਾ ਆਟੇ ਦੀ ਕੌਲੀ ਦੇ ਬਦਲਾਵ, ਖੰਡ ਦੀ ਕੌਲੀ ਦਾ ਬਦਲਾਵ ਹੁੰਦਾ ਸੀ। ਪਰ ਅੱਜ ਦੀ ਜਿਹੜੀ ਔਰਤ ਹੈ, ਉਹ ਮੇਰੀ ਬੇਟੀ ਅੱਜ 6 ਸਾਲ ਦੀ ਹੈ, ਉਹਨੂੰ ਮੋਬਾਈਲ ਯੂਜ਼ ਕਰਨਾ ਆਉਂਦਾ ਹੈ। ਅੱਜ ਸਵੇਰੇ ਮੇਰੇ ਕੋਲ ਮੋਬਾਈਲ ਤੇ ਫੋਲਡਰ ਕਿਵੇਂ ਬਣਾਉਣੇ ਉਹ ਬਣਾਉਣੇ ਸਿੱਖ ਰਹੀ ਸੀ। ਸੋਸ਼ਲ ਮੀਡੀਆ ਨਾਲ ਉਹ ਪੂਰੀ ਅਟੈਚ ਹੈ, ਕਾਨੂੰਨ ਦੀ ਹਰ ਕਿਤਾਬ ਉਹਨੂੰ ਪਤਾ ਹੈ। ਔਰ ਅਫਸੋਸ ਦੀ ਗੱਲ ਹੈ ਕਿ ਉਹਨੂੰ ਆਪਣੇ ਅਧਿਕਾਰ ਪਤਾ ਹੈ, ਆਪਣੇ ਹੱਕ ਪਤਾ ਹੈ, ਪਰ ਆਪਣੀਆਂ ਡਿਊਟੀਆਂ, ਆਪਣੇ ਫਰਜ਼ ਬਿਲਕੁਲ ਨਹੀਂ ਪਤਾ। ਔਰ ਉਹਦੇ ਪਿੱਛੇ ਕੋਈ ਨਾ ਕੋਈ ਲਾਲਚ ਹੈ। ਸਭ ਤੋਂ ਪਹਿਲਾਂ ਤਾਂ ਜ਼ਿਆਦਾਤਰ ਕੇਸਾਂ 'ਚ ਲੜਕੀਆਂ ਦੇਖਦੀਆਂ ਕਿ ਮੁੰਡਾ ਠੀਕ ਠਾਕ ਹੈ, ਸੋਹਣਾ ਸੁਨੱਖਾ, ਗੱਡੀ ਰੱਖੀ ਹੈ, ਮੇਰੇ ਤੇ 10-20-50 ਹਜ਼ਾਰ ਰੁਪਏ ਮਹੀਨਾ ਖਰਚੂਗਾ, ਤੇ ਆਪਣੇ ਲਾਲਚ ਲਈ ਉਹਨੂੰ ਜਾਲ 'ਚ ਫਸਾਉਂਦੀਆਂ ਨੇ। ਫਸਾਉਣ ਤੋਂ ਬਾਅਦ ਇਕੱਲੇ ਰੂਮ 'ਚ ਵੀ ਜਾਂਦੀਆਂ ਨੇ, ਹੋਟਲਾਂ 'ਚ ਵੀ ਜਾਂਦੀਆਂ ਨੇ। ਜਾਣ ਤੋਂ ਬਾਅਦ ਜਦ ਤੱਕ ਤੇ ਉਹ ਸਾਰਾ ਕੁਝ ਚੱਲਦਾ ਹੈ, ਮਿਨਰਲ ਵਾਟਰ ਦੀਆਂ ਬੋਤਲਾਂ, ਗੁੱਚੀ ਦੇ ਪਰਫਿਊਮ ਤੇ ਫਸਟ ਕਾਪੀ ਚੀਜ਼ਾਂ ਦੀ ਆਈਫੋਨ ਗਿਫਟ ਮਿਲਦੇ ਰਹਿੰਦੇ ਨੇ, ਤਦ ਤੱਕ ਤਾਂ ਵਧੀਆ ਰਹਿੰਦਾ ਹੈ। ਔਰ ਅਗਲੀ ਗੱਲ ਦੱਸਦਾ, ਬਤੌਰ ਵਕੀਲ ਸਾਨੂੰ ਇਹ ਸਾਡੇ ਸਾਹਮਣੇ ਆ ਚੀਜ਼ਾਂ ਪਤਾ ਹੈ, ਇੱਕ ਟਾਈਮ ਤੇ 2 ਤੋਂ ਵੱਧ ਮੁੰਡਿਆਂ ਨਾਲ ਰਿਲੇਸ਼ਨਸ਼ਿਪ ਰਹਿੰਦਾ, ਵਧੀਆ ਮਹਿੰਗੇ ਕੱਪੜੇ, ਵਧੀਆ ਮਹਿੰਗੇ ਖਰਚੇ ਚੱਲਦੇ ਨੇ। ਔਰ ਜਦ ਤੱਕ ਤੇ ਉਹ ਪਰਦੇਫਾਸ਼ ਨਹੀਂ ਹੁੰਦੇ ਤਦ ਤੱਕ ਤਾਂ ਸੈਕਸ਼ੂਅਲ ਰਿਲੇਸ਼ਨ ਵੀ ਬਣਦਾ, ਪਰਸਨਲ ਰਿਲੇਸ਼ਨ ਵੀ ਬਣਦੇ ਨੇ, ਪੈਸੇ ਤੱਕ ਟਰਾਂਸਫਰ ਹੁੰਦੇ ਨੇ। ਔਰ ਜੇ ਮੁੰਡਾ ਕਹਿੰਦਾ ਮੇਰੇ ਨਾਲ ਵਿਆਹ ਕਰਾ ਲਓ, ਤੇ ਵਿਆਹ ਕਰਾਉਣ ਲੱਗਿਆ ਉਹ ਕਹਿੰਦੀ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ। ਕਾਰਨ ਹੈ ਕਿ ਉਹਨੇ 4 ਬੰਦਿਆਂ ਨੂੰ ਤਾਂ ਪਹਿਲਾਂ ਹੀ ਵਾਅਦਾ ਕੀਤਾ ਹੁੰਦਾ, ਹੁਣ ਇੱਕ ਨਾਲ ਵਿਆਹ ਕਰਾ ਲੇਗੀ, ਬਾਕੀ 3 ਕੀ ਕਰਨਗੇ ਜਿਨ੍ਹਾਂ ਕੋਲੋਂ ਖਰਚਾ ਆ ਰਿਹਾ। ਤੇ ਉਹ ਜਿਹੜੀ ਨੋਟਾਂ ਦੀ ਭੁੱਖ ਹੈ ਉਹ ਕਿਸੇ ਪਾਸੇ ਨਹੀਂ ਲੱਗਣ ਦਿੰਦੀ। ਪਰ ਜਦੋਂ ਫਿਰ ਕੋਈ ਮੁੰਡਾ ਵਿਆਹ ਕਰਾਉਣ ਵਾਲੇ ਪਾਸੇ ਚੱਲਦਾ ਤੇ ਫਿਰ ਉਹਦੇ ਤੇ ਐਪਲੀਕੇਸ਼ਨ ਦੇ ਦਿੰਦੀਆਂ ਨੇ ਕਿ ਜੀ ਇਹਨੇ ਮੇਰੇ ਨਾਲ ਬਲਾਤਕਾਰ ਕੀਤਾ। ਹੁਣ ਬਲਾਤਕਾਰ ਦੀ ਡੈਫੀਨੇਸ਼ਨ ਮੈਂ ਜੇ ਪੜ੍ਹ ਕੇ ਸੁਣਾਵਾਂ, 300 ਧਾਰਾ 375 ਹੈ, ਔਰ ਉਹਦੇ 'ਚ ਕੁਝ ਐਸੇ ਸ਼ਬਦ ਹੋਣਗੇ ਜਿੱਥੇ ਮੈਂ ਚੁੱਪ ਕਰਾਂਗਾ ਜਾਂ ਉਹ ਤੁਸੀਂ ਦਰਸ਼ਕ ਸਮਝ ਸਕਦੇ ਨੇ। ਕਹਿੰਦਾ ਕਿਸੇ ਤਰ੍ਹਾਂ ਦੀ ਵੀ ਪੈਨੀਟ੍ਰੇਸ਼ਨ ਆਫ ਮੇਲ ਆਰਗਨ ਇਨ ਫੀਮੇਲ ਆਰਗਨ ਟੂ ਐਨ ਐਕਸਟੈਂਟ ਇਨਟੂ, ਚਾਹੇ ਪ੍ਰਾਈਵੇਟ ਪਾਰਟ 'ਚ, ਚਾਹੇ ਮੂੰਹ 'ਚ, ਚਾਹੇ ਪ੍ਰਾਈਵੇਟ ਪਾਰਟ ਦੇ ਆਲੇ ਦੁਆਲੇ, ਪਿੱਛੇ, ਵੂਮਨ ਔਰ ਮੇਕਸ ਹਰ ਟੂ ਡੂ ਸੋ ਵਿਦ ਹਿਮ ਔਰ ਐਨੀ ਅਦਰ ਪਰਸਨ। ਮੈਂ ਮੰਨ ਲਓ ਕਹਿ ਰਿਹਾ ਲੜਕੀ ਨੂੰ ਕਿ ਮੇਰੇ ਨਾਲ ਇਹ ਸਭ ਕੁਝ ਕਰ, ਜਾਂ ਮੇਰੇ ਦੋਸਤ ਸੁਮਿਤ ਨਾ ਕਰ, ਮੰਨ ਲਓ। ਦੂਜੀ ਡੈਫੀਨੇਸ਼ਨ ਹੈ ਇਨਸਰਟ ਟੂ ਐਨ ਐਕਸਟੈਂਟ ਐਨੀ ਆਬਜੈਕਟ, ਕੋਈ ਰੋਡ ਫੜ ਕੇ, ਕੋਈ ਚੀਜ਼ ਫੜ ਕੇ, ਈਵਨ ਮੇਲ ਆਰਗਨ ਬੋਡੀ ਦੇ ਪਾਰਟ ਨਾਲ ਟੱਚ ਕਰਨਾ ਕਿਸੇ ਕਿਸਮ ਦਾ, ਠੀਕ ਹੈ ਜੀ। ਪਾਰਟ ਆਫ ਬੋਡੀ ਨਾਟ ਬੀਇੰਗ, ਈਵਨ ਤੁਹਾਡਾ ਮੇਲ ਆਰਗਨ ਨਾ ਵੀ ਹੋਵੇ, ਇਨਟੂ ਫੀਮੇਲ ਪ੍ਰਾਈਵੇਟ ਪਾਰਟ ਨਾ ਹੋਵੇ, ਜਾਂ ਉਹਦਾ ਆਲਾ ਦੁਆਲਾ ਨਾ ਹੋਵੇ, ਕੋਈ ਵੀ ਕਿਸੇ ਤਰ੍ਹਾਂ ਦਾ ਮਤਲਬ ਜਿਹੜਾ ਪ੍ਰਾਈਵੇਟ ਪਾਰਟ ਨੂੰ ਦੂਸਰੇ ਫੀਮੇਲ ਪਾਰਟਨਰ ਨਾਲ, ਫਿਰ ਕਿਸੇ ਤਰ੍ਹਾਂ ਦੀ ਮੈਨੂਪੂਲੇਸ਼ਨ ਕਰਨੀ ਟੂ ਕਾਜ਼ ਅਗੇਨ ਬੋਡੀ ਪਾਰਟ ਇਨਟੂ ਅਦਰ ਬੋਡੀ ਪਾਰਟ। ਫਿਰ ਅਪਲਾਈਜ਼ ਹਿਜ਼ ਮਾਊਥ ਔਰ ਪ੍ਰਾਈਵੇਟ ਪਾਰਟ, ਬੈਕ ਏਰੀਆ, ਯੂਰੇਥਾ ਔਰ ਐਨੀਥਿੰਗ ਐਲਸ ਵਿਦਾਊਟ ਹਰ ਕੰਸੈਂਟ। ਉਹਦੇ 'ਚ ਕੀ ਹੈ, ਅਗੇਂਸਟ ਹਰ ਵਿਲ, ਵਿਦਾਊਟ ਹਰ ਕੰਸੈਂਟ, ਵਿਦ ਹਰ ਕੰਸੈਂਟ। ਤੇ ਉਹਨੂੰ ਇਹ ਕਹਿ ਕੇ ਦੱਸਣਾ ਕਿ ਮੈਂ ਤੇਰੇ ਨਾਲ ਕੋਈ ਪ੍ਰੋਮਿਸ ਕਰਦਾ, ਜਾਂ ਕਿਸੇ ਫਾਲਸ ਪ੍ਰੋਮਿਸ ਦੇ ਉੱਤੇ ਗੱਲ ਕਰਾਂ, ਜਾਂ ਵਿਦ ਹਰ ਕੰਸੈਂਟ ਐਟ ਦੀ ਟਾਈਮ ਆਫ ਗਿਵਿੰਗ ਸੱਚ ਕੰਸੈਂਟ ਬਾਏ ਅਨਕੌਂਸ਼ੀਅਸਨੈਸ
ਜਾਂ ਤਾਂ ਉਹਨੂੰ ਵੈਸੇ ਕਹਿ ਦੇਣਾ ਕਿ ਮੈਂ ਤੇਰੇ ਨਾਲ ਆ ਵਿਆਹ ਕਰ ਲੂੰਗਾ, ਮੈਂ ਤੈਨੂੰ ਸਵਿਟਜ਼ਰਲੈਂਡ ਘੁਮਾ ਲਿਆਉਂਗਾ, ਕਿਸੇ ਤਰ੍ਹਾਂ ਦਾ ਇਹੋ ਜਿਹਾ ਵਾਅਦਾ ਕਰਕੇ, ਜਾਂ ਉਹ ਅਨਕੌਂਸ਼ੀਅਸ ਹੈ, ਉਸ ਵੇਲੇ ਜੇ ਇਹੋ ਜਿਹਾ ਕੋਈ ਵੀ ਕੰਮ ਕੀਤਾ ਜਾਵੇ ਦੈਟ ਅਮਾਊਂਟਸ ਟੂ ਰੇਪ। ਮਾਨਯੋਗ ਸੁਪਰੀਮ ਕੋਰਟ ਨੇ ਬੜੇ ਸਾਫ਼ ਸ਼ਬਦਾਂ ਵਿੱਚ ਇੰਨੀ ਗੱਲ ਕਹੀ ਹੈ ਕਿ ਜਿਹੜੀ ਅੱਜ ਦੇ ਯੁੱਗ ਦੀ ਲੜਕੀ ਹੈ, ਉਹ ਜਿਹੜੀ ਲੜਕੀ ਹੈ ਉਹ ਕਿਸੇ ਵੀ ਪਾਸਿਓਂ ਅਬਲਾ ਨਾਰੀ ਨਹੀਂ ਹੈ, ਹੁਣ ਉਹ ਸਬਲਾ ਨਾਰੀ ਹੈ। ਉਹਨੂੰ ਆਪਣੇ ਫਾਇਦੇ ਨੁਕਸਾਨ ਪਤਾ ਹੈ, ਉਹਨੂੰ ਲਾਅ ਬਾਰੇ ਪਤਾ ਹੈ, ਉਹਨੂੰ ਸੋਸ਼ਲ ਓਬਲੀਗੇਸ਼ਨ ਬਾਰੇ ਪਤਾ ਹੈ, ਉਹਨੂੰ ਆਪਣੀਆਂ ਡਿਊਟੀਆਂ ਪਤਾ ਹੈ, ਉਹਨੂੰ ਹਰ ਚੰਗੀ ਤੇ ਮਾੜੀ ਚੀਜ਼ ਬਾਰੇ ਨੌਲੇਜ ਹੈ। ਜਾਣੀ ਕਿ ਜਾਣਕਾਰੀ ਰੱਖਦੀ ਹੈਗੀ, ਜਿਹੜਾ ਉਹਨੂੰ ਜੇ ਕਹੀਏ ਕਿ ਜਿਵੇਂ ਪਹਿਲਾਂ ਕਿਹਾ ਜਾਂਦਾ ਉਹਦੀ ਬਹਿਲਾ ਫੁਸਲਾ ਕੇ ਜਾਂ ਗੱਲਾਂ 'ਚ ਲੈ ਕੇ ਐਗਜ਼ੈਕਟ ਸ਼ਬਦ ਵਰਤਿਆ ਤੁਸੀਂ, ਬਹਿਲਾ ਫੁਸਲਾ ਕੇ। ਅੱਜ ਦੀ ਨਾਰੀ ਬਹਿਲਾ ਫੁਸਲਾ ਕੇ ਬੱਚਾ ਨਹੀਂ ਕਾਬੂ ਆਉਂਦਾ ਯਾਰ। ਬੱਚੇ ਨਾਲ ਤੁਸੀਂ ਪ੍ਰੋਮਿਸ ਕਰ ਦਿਓ ਕਿ ਮੈਂ ਤੈਨੂੰ ਟੌਫੀ ਲੈ ਕੇ ਦੇਣਾ, ਮੇਰਾ ਇਹ ਕੰਮ ਕਰ ਦੇ, ਉਹ ਕਹਿੰਦਾ ਪਹਿਲਾਂ ਟੌਫੀ ਲੈ ਕੇ ਦੇ ਫਿਰ ਕਰੂੰ। ਛੋਟਾ ਜਿਹਾ ਬੱਚਾ ਜਿਹਨੂੰ ਨਹੀਂ ਪਤਾ ਇਹ ਚੰਗੀ ਚੀਜ਼ ਹੈ, ਤੁਸੀਂ ਇੱਕ ਵਾਰੀ ਨਾ ਟੌਫੀ ਲੈ ਕੇ ਦਿਓ, ਅਗਲੀ ਵਾਰੀ ਕਹਿੰਦਾ ਵੀ ਸੁਮਿਤ ਚਾਚਾ ਆਇਆ ਇੱਕ ਬੰਦਾ ਗਲਤ ਹੈ, ਇਹ ਵਾਅਦਾ ਕਰ ਦਿੰਦਾ ਮੇਰੇ ਕੋਲ ਡਾਂਸ ਵੇਖ ਲੈਂਦਾ, ਚਾਕਲੇਟ ਮੇਰੀ ਲਿਆਂਦਾ ਨਹੀਂ, ਵੀ ਚਾਚੇ ਪਹਿਲਾਂ ਚਾਕਲੇਟ ਵਿਖਾ ਫਿਰ ਤੈਨੂੰ ਡਾਂਸ ਵਿਖਾਉਂਦੇ ਆ। ਇਹ ਬੱਚਾ ਹੈ 5 ਸਾਲ ਦਾ 6 ਸਾਲ ਦਾ, ਰਿਐਲਿਟੀ ਹੈ। ਤੇ ਜਿਹੜੀ 21 ਸਾਲ ਦੀ ਕੁੜੀ ਹੈ ਮੇਜਰ ਹੋ ਚੁੱਕੀ ਹੈ, ਜਿਹਨੂੰ ਸਭ ਕੁਝ ਪਤਾ ਹੈ। ਸੋਸ਼ਲ ਮੀਡੀਆ 'ਤੇ ਅਜੇ ਹੁਣੇ ਆਪਾਂ ਫੇਸਬੁੱਕ ਹੀ ਖੋਲ੍ਹੀ ਸੀ, ਕਿਆ ਕੁਛ ਆ ਰਿਹਾ ਸੀ ਉੱਥੇ, ਸ਼ਬਦਾਂ ਦਾ ਇਸਤੇਮਾਲ ਵੀ ਸ਼ਰੇਆਮ ਚੱਲ ਰਿਹਾ ਸੀ, ਬੋਲ ਰਹੇ ਸੀ ਸ਼ਰੇਆਮ। ਤੇ ਜਦੋਂ ਉਹ ਇੱਕ ਲੜਕੀ ਵੀ ਵੇਖਦੀ ਹੈ, ਮੇਰੀ ਗੱਲ ਦੱਸੋ, ਚਲੋ ਮੈਂ ਤੁਹਾਡੇ ਕੋਲ ਸਵਾਲ ਪੁੱਛਾਂ, ਹੈ ਬੜਾ ਪਰਸਨਲ, ਤੁਸੀਂ ਸ਼ਾਦੀ ਤੋਂ ਬਾਅਦ ਬੱਚੇ ਵੀ ਪੈਦਾ ਕੀਤੇ ਹੈ, ਕਿਹੜੀ ਕਲਾਸ 'ਚ ਪੜ੍ਹਾਈ ਸੀ ਤੁਹਾਨੂੰ, ਕਿੱਦਾਂ ਬੱਚੇ ਪੈਦਾ ਹੁੰਦੇ ਆ ਦੱਸਿਓ। ਸਹੀ ਗੱਲ ਹੈ, ਕੋਈ ਨਹੀਂ ਦੱਸਦਾ ਸਹੀ ਗੱਲ ਹੈ। ਵੀਰ ਨੂੰ ਪੁੱਛੋ। ਹਾਂ, ਕਿਸੇ ਨੂੰ ਨਹੀਂ ਇਹ 'ਚ ਜੇ ਕਿਹਾ ਜਾਵੇ ਪਹਿਲਾਂ ਪੁਰਾਣੇ ਸਮੇਂ 'ਚ ਹੁੰਦਾ ਸੀ ਵੀ ਜਾਂ ਕੁੜੀਆਂ, ਖੈਰ ਮੁੰਡਿਆਂ ਦਾ ਤਾਂ ਉਦੋਂ ਵੀ ਨਹੀਂ ਸੁਣਿਆ, ਕੁੜੀਆਂ ਦਾ ਹੀ ਹੁੰਦਾ ਸੀ ਵੀ ਉਹਦੀ ਮਾਂ, ਉਹਦੀ ਭਰਜਾਈ ਜਾਂ ਉਹਦੀ ਸਹੇਲੀਆਂ ਕੋਈ ਨਾ ਕੋਈ ਇਹ ਡਿਸਕਸ ਕਰਦੀਆਂ ਨੇ ਤਾਂ ਉਦੋਂ ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ ਗਾ। ਇਹ ਬਿਲਕੁਲ ਐਕਚੁਅਲ ਗੱਲ ਹੈਗੀ ਆ, ਪਰ ਅੱਜ ਦੇ ਸਮੇਂ 'ਚ ਤਾਂ ਲੱਗਦਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਪਹਿਲਾਂ ਹੀ ਸਰ ਟ੍ਰੇਨਿੰਗ ਲੈ ਕੇ ਆਉਂਦੇ ਨੇ। ਅੱਜ ਵੀ ਸਾਡੇ ਕ੍ਰਿਸਚਨ ਸਮਾਜ 'ਚ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਕਲਾਸਾਂ ਲਾਉਣੀਆਂ ਪੈਂਦੀਆਂ ਨੇ ਪ੍ਰੋਪਰ, ਕਿ ਤੁਹਾਡੀ ਬਾਡੀ 'ਚ ਬਾਇਓਲੋਜੀਕਲ ਡਿਫਰੈਂਸ ਕੀ ਆਉਣ ਵਾਲੇ ਨੇ, ਤੁਸੀਂ ਆਪਣੇ ਸਹੁਰੇ ਨਾਲ ਟਰੀਟਮੈਂਟ ਕਿਵੇਂ ਕਰਨਾ, ਸੱਸ ਨਾਲ ਕਿਵੇਂ ਕਰਨਾ, ਦਿਓਰ ਨਾਲ ਕਿਵੇਂ ਕਰਨਾ, ਜਠਾਣੀ, ਕਿੰਨਾ ਵਧੀਆ ਸਿਸਟਮ ਹੈ, ਐਜੂਕੇਟ ਕੀਤਾ ਜਾਂਦਾ ਹੈ। ਪਰ ਸਾਡੇ ਸਮਾਜ 'ਚ ਐਸਾ ਐਜੂਕੇਸ਼ਨ ਸਿਸਟਮ 8ਵੀਂ 7ਵੀਂ 'ਚ ਲੱਗਦਾ ਹੈ, ਜਦੋਂ ਬੱਚਿਆਂ ਨੂੰ ਆਪਣੀ ਬਾਡੀ ਦੇ ਪਾਰਟ ਬਾਰੇ ਚੰਗੀ ਤਰ੍ਹਾਂ ਪਤਾ ਹੀ ਨਹੀਂ ਹੁੰਦਾ। ਹਾਂ, ਉਹਦੀ ਇੱਕ ਇਨਫੈਕਚੁਅਸ ਜੀ ਦਿਮਾਗ 'ਚ ਫਿਗਰ ਬਣੀ ਹੁੰਦੀ ਹੈ ਅਤੇ ਉਹਦੇ ਉੱਤੇ ਉਹ ਕੰਮ ਕਰ ਰਹੇ ਹੁੰਦੇ ਆ। ਸੋ ਜਿਸ ਸਮਾਜ 'ਚ ਇਹ ਗੱਲਾਂ ਨਹੀਂ ਦੱਸ ਕੇ ਵੀ ਬੱਚੇ ਪੈਦਾ ਹੋ ਰਹੇ ਨੇ, ਇਹਦਾ ਮਤਲਬ ਉਸ ਸਮਾਜ ਵਿੱਚ ਇਹਨਾਂ ਚੀਜ਼ਾਂ ਦੀ ਨੌਲੇਜ ਹੈ, ਠੀਕ, ਪਤਾ ਹੈ, ਸਮਝ ਹੈ। ਅਤੇ ਜਿਹੜੀ ਲੜਕੀ ਇਸ ਗੱਲਾਂ ਨੂੰ ਸਮਝਦੀ ਹੈ, ਸਮਝਣ ਤੋਂ ਬਾਅਦ ਅੱਛਾ ਫਿਰ ਰੇਪ ਦੀ ਡੈਫੀਨੇਸ਼ਨ ਕੀ ਹੈ, ਉਸ ਤੋਂ ਅਗਲੀ ਗੱਲ, ਪਹਿਲੀ ਵਾਰ ਮੈਂ ਜ਼ਬਰਦਸਤੀ ਕਰ ਲਈ, ਅਗਲੀ ਗੱਲ ਇੱਕ ਹੋਰ ਕਰਦਾ, ਸਵਾਲ ਪੁੱਛਦਾ ਜਨਤਾ ਨੂੰ, ਕਿਆ ਇਕੱਲਾ ਮੁੰਡਾ ਇਕੱਲੀ ਕੁੜੀ ਨਾਲ ਜ਼ਬਰਦਸਤੀ ਕਰਕੇ ਰੇਪ ਕਰ ਸਕਦਾ? ਨੋ। ਜਾਂ ਤਾਂ ਉਹਦੀ ਕੰਸੈਂਟ ਹੋਏਗੀ, ਜਾਂ ਉਹ ਨਸ਼ੇ 'ਚ ਹੋਏਗੀ, ਅਤੇ ਜਾਂ ਕੰਸੈਂਟ ਦਾ ਮਤਲਬ ਪੂਰੀ ਸਹਿਮਤ ਹੋਏਗੀ, ਉਹਨੂੰ ਪਤਾ ਹੋਏਗਾ ਕਿ ਯੈਸ ਮੈਂ ਇਹਨੂੰ ਕਰਨਾ ਹੈ, ਅਤੇ ਕੰਸੈਂਟ ਦੀ ਜਗ੍ਹਾ 'ਤੇ ਮਤਲਬ ਚੰਗੀ ਤਰ੍ਹਾਂ ਸਹਿਮਤ ਹੋਏਗੀ, ਬਿਨਾਂ ਉਹਦੇ ਤੋਂ ਇਕੱਲਾ ਨਹੀਂ ਕਰ ਸਕਦਾ। 2 ਜਾਂ 3 ਜਾਂ 4 ਜਾਣੇ ਹੋਣਗੇ, ਕੋਈ ਲੱਤਾਂ ਫੜੇਗਾ, ਕੋਈ ਬਾਹਾਂ ਫੜੇਗਾ, ਅਤੇ ਫਿਰ ਔਰ ਅੱਜ ਕੱਲ੍ਹ ਸਾਡੇ ਮੁੰਡੇ ਵੀ ਇਹਨੇ ਤਾਕਤਵਰ ਨਹੀਂ ਰਹਿ ਗਏ ਕਿ ਉਹ ਇੰਨਾ ਕੁ ਜ਼ਿਆਦਾ ਪਾਵਰਫੁਲ ਹੋਣ ਕਿ ਉਹ ਇਕੱਲੇ ਜਿੱਦੇ 'ਚ ਜੱਦੋ ਜਦ ਚੱਲ ਰਹੀ ਹੈ ਕਿ ਮੈਂ ਨਹੀਂ ਹੋਣ ਦੇਣਾ, ਅਤੇ ਉਹ ਕਹਿੰਦਾ ਮੈਂ ਕਰਨਾ, ਉਹ ਜੱਦੋ ਜਹਿਦ 'ਚ ਵੀ ਕੁਛ ਨਹੀਂ ਹੋ ਸਕਦਾ, ਕਿਉਂਕਿ ਮਾਈਂਡ ਦਾ ਜਦ ਤੱਕ ਸੈਟਅਪ ਸਹੀ ਨਹੀਂ ਟਿਕਾਣੇ ਪਹੁੰਚਣਾ, ਅਤੇ ਤੁਹਾਨੂੰ ਉਹ ਇਰੈਕਸ਼ਨ ਲੈਵਲ ਹੀ ਨਹੀਂ ਮਿਲਣਾ ਕਿ ਤੁਸੀਂ ਉਹ ਚੀਜ਼ ਪਰਫਾਰਮ ਕਰ ਸਕੋ। ਬਟ ਡੈਫੀਨੇਟਲੀ ਡੈਫੀਨੇਸ਼ਨ 'ਚ ਇੰਨੀ ਗੱਲ ਲਿਖੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਟੱਚ ਵੀ ਦਿੰਦੇ ਹੋ ਤਾਂ ਬੈਡ ਟੱਚ ਦਿੰਦੇ ਹੋ ਕਿਸੇ ਬੈਡ ਉਹਦੇ ਪ੍ਰਾਈਵੇਟ ਪਾਰਟ 'ਤੇ, ਸੋਚ ਮਾੜੀ ਹੈ, ਅੱਪਰ ਬੋਡੀ 'ਤੇ, ਲੋਅਰ ਪਾਰਟ 'ਤੇ, ਪਿੱਛੇ ਕਿਤੇ ਵੀ ਬੈਡ ਟੱਚ ਨਾਲ ਹੱਥ ਲਗਾਉਂਦੇ ਹੋ ਤਾਂ ਉਹ ਰੇਪ ਦੀ ਡੈਫੀਨੇਸ਼ਨ 'ਚ ਆਉਂਦਾ ਹੈ। ਬਟ ਜਿਹੜੀ ਲੜਕੀ ਕਹਿੰਦੀ ਹੈ ਕਿ ਇਹਨੇ ਤਾਂ ਪ੍ਰੋਪਰ ਪਰਫਾਰਮ ਹੀ ਕਰਤਾ, ਜਾ ਕੇ ਬਾਅਦ 'ਚੋਂ ਸਪਰਮ ਕਾਊਂਟ ਵੀ ਚੈੱਕ ਕਰਾਉਂਦੀ ਹੈ ਕਿ ਲਓ ਜੀ ਮੇਰੀ 20 ਏਰੀਏ 'ਚੋਂ ਸੈਂਪਲ ਵੀ ਲੈ ਲਓ, ਅਤੇ ਉਹਨੂੰ ਪਤਾ ਸੀ ਨਾ ਮੇਰੇ ਨਾਲ ਕੀ ਹੋਣ ਵਾਲਾ ਹੈ। ਮਾਨਯੋਗ ਸੁਪਰੀਮ ਕੋਰਟ ਦੀਆਂ ਮੈਂ ਤੁਹਾਨੂੰ ਕੋਈ ਜੱਜਮੈਂਟ ਸੁਣਾਉਣਾ, ਜਿਹਦੇ ਵਿੱਚ ਉਹਨਾਂ ਨੇ ਕਿਹਾ, ਪ੍ਰਾਈਮਾ ਫਸਾਈ ਕੀ ਕਿਹਾ, ਡਬਲ ਬੈਂਚ ਦੀ ਮੇਰੇ ਕੋਲ ਹੈਗੀ ਹੈ ਮਾਨਯੋਗ ਸੁਪਰੀਮ ਕੋਰਟ ਦੀ, ਕਹਿੰਦੇ ਰੇਪ ਔਨ ਪ੍ਰੋਮਿਸ ਟੂ ਮੈਰੀ, ਜੇ ਵਿਆਹ ਕਰਾਉਣ ਦਾ ਪ੍ਰੋਮਿਸ ਕਰਕੇ ਵੀ ਲੜਕੀ ਕਹਿੰਦੀ ਮੇਰੇ ਨਾਲ ਰੇਪ ਕੀਤਾ ਪਰ ਇਹਨੇ ਮੇਰੇ ਨਾਲ ਵਿਆਹ ਨਹੀਂ ਕਰਾਇਆ, ਅਕਿਊਜ਼ਡ ਕੁਡ ਨਾਟ ਕੀਪ ਦਾ ਪ੍ਰੋਮਿਸ ਫॉर ਰੀਜ਼ਨਸ ਬਿਯੋਂਡ, ਜਿਹੜਾ ਦੋਸ਼ੀ ਸੀ ਮੁੰਡਾ ਸੀ,
ਕਿਸੇ ਐਸੇ ਕਾਰਨਾਂ ਕਰਕੇ ਆਪਣੇ ਪ੍ਰੋਮਿਸ ਨੂੰ ਪੂਰਾ ਨਹੀਂ ਕਰ ਸਕਿਆ, ਕੁੜੀ ਨਾਲ ਵਿਆਹ ਨਹੀਂ ਕਰਾ ਸਕਿਆ, ਬਿਯੋਂਡ ਹਿਸ ਕੰਟਰੋਲ, ਅਕਿਊਜ਼ਡ ਨਾਟ ਗਿਲਟੀ ਆਫ ਅਫੈਂਸ ਆਫ ਰੇਪ, ਕਿ ਜਿਹੜਾ ਦੋਸ਼ੀ ਹੈ ਉਹ ਬਲਾਤਕਾਰ ਦਾ ਜੁਰਮ ਦਾ ਭਾਗੀਦਾਰ ਨਹੀਂ ਹੈ। ਹੁਣ ਇਹਦੇ 'ਚ ਮੈਂ ਇੱਕ ਹੋਰ ਗੱਲ ਦੱਸਦਾ, ਸਾਡੀ ਪੰਜਾਬ ਪੁਲਿਸ, ਮੈਂ ਪੰਜਾਬ 'ਚ ਰਹਿਣਾ ਤੇ ਪੰਜਾਬ ਦੀ ਗੱਲ ਕਰਦਾ, ਹਰਿਆਣੇ ਦੇ 'ਚ ਤੇ ਹਰਿਆਣੇ ਦੀ ਗੱਲ ਕਰਦਾ, ਸਾਡੀ ਪੁਲਿਸ ਵੀ ਇਹੋ ਜਿਹੇ ਮਾਮਲਿਆਂ 'ਚ ਪੈਸੇ ਬੜੇ ਬਣਾਉਂਦੀ ਹੈ। ਪੁਲਿਸ ਦਾ ਪਰਚਾ ਆਮ ਤੌਰ ਤੇ ਜੇ ਦੇਖਿਆ ਜਾਵੇ ਹੋਏ ਪਹਿਲਾਂ ਡਰਾ ਕੇ ਪੈਸੇ ਲੈਂਦੀ ਰਹਿੰਦੀ ਹੈ, ਉਸ ਤੋਂ ਬਾਅਦ ਦੇਖਿਆ ਕੁੜੀ ਵਾਲੇ ਜ਼ਿਆਦਾ ਵੀ ਹੋ ਗਏ ਤੇ ਪਰਚਾ ਵੀ ਦੇ ਦਿੰਦੀ ਹੈ। ਦੋ ਪਾਸੇ ਚੱਲਦੀ ਹੈ। ਜਦਕਿ ਮਾਨਯੋਗ ਸੁਪਰੀਮ ਕੋਰਟ ਨੇ ਕਲੀਅਰ ਗੱਲ ਕਹਿ ਦਿੱਤੀ। ਮੇਰੇ ਕੋਲ ਇੱਕ ਐਸਾ ਕੇਸ ਆਇਆ, ਅੰਮ੍ਰਿਤਸਰ ਦਾ ਵੀਰ ਆਪਣਾ, ਲੜਕੀ ਨੂੰ ਉਹ ਬਾਰ-ਬਾਰ ਕਹਿ ਰਿਹਾ ਤੂੰ ਮੇਰੇ ਨਾਲ ਵਿਆਹ ਕਰਾ, ਉਲਟਾ ਹੈਗਾ ਕੰਮ। ਉਹ ਲੜਕੀ ਨੂੰ ਕਹਿ ਰਿਹਾ ਕਿ ਮੇਰੇ ਨਾਲ ਵਿਆਹ ਕਰਾ, ਮੇਰੇ ਨਾਲ ਵਿਆਹ ਕਰਾ, ਹਰ ਵੇਲੇ ਕਹਿ ਰਹੀ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ, ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ। ਬੜੀ ਦੇਰ ਤੋਂ ਇਹੋ ਗੱਲ ਚੱਲੀ ਜਾ ਰਹੀ ਹੈ। ਪਰ ਜਿੱਦਣ ਲੜਕੇ ਦਾ ਵਿਆਹ ਕਿਤੇ ਹੋਰ ਹੋਣ ਲੱਗਦਾ, ਉਦੋਂ ਉਹ ਸਾਰਾ ਟੱਬਰ ਇਕੱਠਾ ਕਰਕੇ ਪਹਿਲਾਂ ਮੁੰਡੇ ਵਾਲਿਆਂ ਦੇ ਘਰ ਦੇ ਬਾਹਰ ਸਿਆਪਾ ਕਰਕੇ ਜਾਂਦੀ ਹੈ, ਉਹਦੀ ਗਲੀ ਮੁਹੱਲੇ 'ਚ ਇੱਜ਼ਤ ਬਦਨਾਮ ਕਰਦੀ ਹੈ। ਉਸ ਤੋਂ ਬਾਅਦ ਥਾਣੇ ਕੰਪਲੇਂਟ ਦਿੰਦੀ ਹੈ ਕਿ ਹਾਂਜੀ ਇਹਨੇ ਮੇਰੇ ਨਾਲ ਰੇਪ ਕਰ ਲਿਆ ਜੀ। ਹੁਣ ਅਸੀਂ ਥਾਣੇ, ਉਸੇ ਥਾਣੇ 'ਚ ਅਸੀਂ ਇਹ ਵੀ ਦਿੱਤੀ ਹੈ ਕਿ ਇੱਥੇ ਤਾਂ ਮੁੰਡਾ ਕਹਿੰਦਾ ਪਿਆ ਮੇਰੇ ਨਾਲ ਵਿਆਹ ਕਰਾਓ, ਕੁੜੀ ਕਹਿੰਦੀ ਮੈਂ ਵਿਆਹ ਹੀ ਨਹੀਂ ਕਰਾਉਣਾ, ਤੇ ਕੰਸੈਂਟ ਮਾੜੀ ਨਹੀਂ। ਇਹਨੇ ਜਿੱਦਣ ਰੇਪ ਕੀਤਾ, ਮੇਰੀ ਗੱਲ ਸੁਣੋ, ਤੁਸੀਂ ਨਿੱਕੇ ਨਿਆਣੇ ਤਾਂ ਹੈ ਨਹੀਂ, ਮੈਂ ਪੌਕਸੋ ਦੀ ਗੱਲ ਨਹੀਂ ਕਰ ਰਿਹਾ, ਗਰਲ ਬਿਲੋ 16 ਈਅਰ ਦੀ ਗੱਲ ਨਹੀਂ ਕਰ ਰਿਹਾ, ਗਰਲ ਅਬਾਊਟ 21 ਦੀ ਗੱਲ ਕਰਦਾ ਕਿ ਉਹ ਬੱਚੀ ਤੇ ਹੈ ਨਹੀਂ ਸੀ ਕਿ ਤੁਸੀਂ ਗੁੱਟ ਫੜਿਆ, ਬਿਸਕੁਟ ਦਾ ਲਾਲਚ ਦਿੱਤਾ, ਚਾਕਲੇਟ ਦਾ ਲਾਲਚ ਦਿੱਤਾ ਤੇ ਉਹਨੂੰ ਲੈ ਗਏ ਹੋਟਲ 'ਚ, ਉੱਥੇ ਜਾ ਕੇ ਤੁਸੀਂ ਆਪਣਾ ਕਾਰਿਆਕ੍ਰਮ ਕੀਤਾ ਤੇ ਮੁੜ ਕੇ ਘਰ ਵੀ ਆ ਗਏ। ਉਦੋਂ ਤੋਂ ਲੈ ਕੇ ਅਗਲੇ 3 ਮਹੀਨੇ ਤੱਕ ਫਿਰ ਦੁਬਾਰਾ ਚਲ ਗਏ। 6 ਵਾਰੀ ਤੁਸੀਂ ਚਲ ਗਏ, 6 ਵਾਰੀਆਂ 'ਚ ਇੱਕ ਵਾਰ ਵੀ ਨਹੀਂ ਕੰਪਲੀਟ ਕਰ ਸਕੀ। ਮੈਂ ਕਹਿੰਦਾ ਲੜਕੀ ਨੂੰ ਤੁਸੀਂ ਜ਼ਬਰਦਸਤੀ ਲੈ ਗਏ, ਗਨ ਪੁਆਇੰਟ 'ਤੇ ਲੈ ਗਏ, ਹੋਟਲ 'ਚ ਲੈ ਕੇ ਉਹਦੇ ਕੱਪੜੇ ਲਾ ਲਏ, ਉਹਦੇ ਨਾਲ ਤੁਸੀਂ ਸਭ ਕੁਝ ਗਨ ਪੁਆਇੰਟ 'ਤੇ ਕੀਤਾ। ਮੈਂ ਇੱਦਾਂ ਆ ਜਾਓ। ਉਸ ਤੋਂ ਬਾਅਦ ਹੋਟਲ 'ਚੋਂ ਤੁਸੀਂ ਬਾਹਰ ਵੀ ਆ ਗਏ, ਲੜਕੀ ਨੂੰ ਇਕੱਲਿਆਂ ਛੱਡਤਾ। ਇਕੱਲੇ ਛੱਡਣ ਤੋਂ ਬਾਅਦ ਕਿਉਂ ਨਹੀਂ ਕੰਪਲੇਂਟ ਹੋਈ ਫਿਰ, ਜੇ ਰੇਪ ਹੀ ਸੀ ਤੇ? ਇਹ ਤਾਂ ਬਹੁਤ ਮਾਮਲੇ ਨੇ, ਜੇ ਕਿਹਾ ਜਾਵੇ ਇਸ ਤਰ੍ਹਾਂ ਦੇ ਬਹੁਤ ਮਾਮਲੇ ਸਾਹਮਣੇ ਆਉਂਦੇ ਨੇ। ਤੇ ਇਹਦੇ 'ਚ ਇਹ ਜੇ ਕਹਿਣ ਦਾ ਮਤਲਬ ਵੀ ਫਿਰ ਹੁਣ ਇਹ ਚੀਜ਼ਾਂ ਬਦਲਣ ਲੱਗੀਆਂ, ਜਾਂ ਇਹ 'ਚ ਸਮਝ ਦਾ ਵੀ ਫਰਕ ਹੈ ਕਿ ਹਰੇਕ ਥਾਂ ਤੇ ਸ਼ਾਇਦ ਉਹ ਚੀਜ਼ ਉਵੇਂ ਪਰਫਾਰਮ ਨਹੀਂ ਕਰ ਪਾਉਂਦੇ? ਕਿਉਂਕਿ ਮੈਕਸਿਮਮ ਮੁੰਡੇ ਇਹ ਗੱਲ ਸਮਝਦੇ ਆ ਵੀ ਸਾਡੀ ਪਹਿਲਾਂ ਗੱਲਬਾਤ ਸੀ ਜਾਂ ਸਾਡੇ ਰਿਲੇਸ਼ਨ ਸੀਗੇ ਪਹਿਲਾਂ। ਪਿੱਛੇ ਜੇ ਆ ਇੱਕ ਯੂਨੀਵਰਸਿਟੀ ਦਾ ਮਾਮਲਾ ਸੀਗਾ, ਜੇ ਦੇਖੀਏ ਉੱਥੇ ਦਾ ਮੁੰਡਾ ਵੀ ਇਹ ਗੱਲ ਕਹਿੰਦਾ ਪੁਲਿਸ ਮੈਨੂੰ ਚੱਕ ਕੇ ਲੈ ਗਈ। ਜਦ ਜਾ ਕੇ ਉਹ ਕਹਿੰਦਾ ਮੈਂ ਉਹਨਾਂ ਨਾਲ ਗੱਲ ਕਰੀ, ਮੈਂ ਪੁੱਛਿਆ ਵੀ ਕਿਹਨੇ ਕੰਪਲੇਂਟ ਦਿੱਤੀ, ਉਹ ਕਹਿੰਦੇ ਵੀ ਭਾਈ ਤੈਨੇ ਕੁੜੀ ਛੇੜਤੀ। ਕਹਿੰਦਾ ਮੈਂ ਕਿਹਾ ਜੀ ਕੁੜੀ ਦੱਸੋ ਕਿਹੜੀ ਹੈ? ਜੇ ਸਾਹਮਣੇ ਆਈ ਕੁੜੀ, ਕਹਿੰਦਾ ਮੈਂ ਕਿਹਾ ਜੀ ਇਸ ਤਾਂ ਰਿਲੇਸ਼ਨ 'ਚ ਆਂਗੇ। ਕਹਿੰਦਾ ਉਦੋਂ ਬਾਵਜੂਦ ਮੈਂ 14 ਦਿਨ 15 ਦਿਨ ਜਿਹੜਾ ਜੇਲ੍ਹ ਕੱਟ ਕੇ ਆਇਆ। ਮੈਂ ਕਹੀ ਤੇ ਜਾਂਦਾ ਕਿ ਪੁਲਿਸ ਵੀ ਉਹਦੇ 'ਚ ਸਵਾਦ ਲੈਂਦੀ ਹੈ, ਠੀਕ, ਔਰ ਜ਼ਿਆਦਾਤਰ ਮਾਮਲਿਆਂ 'ਚ ਇਹਨੂੰ ਡਰਾਮੇਬਾਜ਼ੀ ਦਾ ਜ਼ਿਆਦਾ ਤਰੀਕਾ ਦਿੱਤਾ ਜਾਂਦਾ ਹੈ। ਅਸਲੀਅਤ ਤੋਂ ਬਹੁਤ ਦੂਰ ਹੁੰਦੀਆਂ ਚੀਜ਼ਾਂ। ਮਾਨਯੋਗ ਸੁਪਰੀਮ ਕੋਰਟ ਨੇ ਵੀ ਲਿਵਿੰਗ ਇਨ ਰਿਲੇਸ਼ਨਸ਼ਿਪ ਲੀਗਲ ਕੀਤਾ ਆ, ਉਹਦੇ 'ਚ ਕੁਝ ਕੰਡੀਸ਼ਨਸ ਇੰਪੋਜ਼ ਕੀਤੀਆਂ ਹੋਈਆਂ। ਮੈਂ ਤੁਹਾਨੂੰ ਅਗਲੀ ਇੱਕ ਜੱਜਮੈਂਟ ਦੀ ਅਗਲੀ ਲਾਈਨ ਪੜ੍ਹ ਕੇ ਸੁਣਾਉਣਾ। ਇੰਡੀਅਨ ਪੈਨਲ ਕੋਡ 376 365, ਅਕਿਊਜ਼ ਕਮਿਟਿੰਗ ਸੈਕਸ਼ੂਅਲ ਇੰਟਰਕੋਰਸ ਵਿਦ ਪ੍ਰੋਸੀਕਿਊਟਰਿਕਸ, 19 ਸਾਲ ਦੀ ਕੁੜੀ ਨਾਲ। ਮੈਂ 19 ਸਾਲ ਦੀ ਲੜਕੀ ਕਹਿ ਰਿਹਾ, ਬਾਲਗ ਦੀ ਕੈਟਾਗਰੀ 'ਚ ਨਹੀਂ ਹੁੰਦੀ, ਪਰ ਬਾਲਗ ਮੰਨ ਲਓ। ਪ੍ਰੋਸੀਕਿਊਟਰਿਕਸ ਸ਼ਬਦ ਵਰਤਿਆ ਗਿਆ। ਔਨ ਪ੍ਰੋਮਿਸ ਟੂ ਮੈਰੀ, ਪ੍ਰੋਸੀਕਿਊਟਰਿਕਸ eloped with the accused. On complaint of father of prosecutrix, accused was arrested and marriage could not be solemnized. Held, यानी कि कोर्ट ने की मन्निया, accused not guilty of offence of rape, conviction set aside, ਜਿਹੜੀ ਉਹਨੂੰ 10 ਸਾਲ 15 ਸਾਲ 20 ਸਾਲ ਕੈਦ ਹੋਈ ਸੀ ਉਹ ਮਾਫ ਕਰ ਦਿੱਤੀ ਗਈ। cannot be held that accused made a false promise. ਅੱਗੇ ਜੱਜਮੈਂਟ ਦਾ ਸਾਡੀ ਦਾ ਜ਼ਿਕਰ ਦਿੱਤਾ ਹੈ। ਮੁੰਡਾ 19 ਸਾਲ ਦਾ ਸੀ, ਕੁੜੀ 19 ਸਾਲ? ਕੁੜੀ 19 ਸਾਲ ਦੀ ਸੀ ਤੇ ਮੁੰਡਾ ਵੱਡਾ ਹੋਏਗਾ ਜੀ ਜਾਂ ਛੋਟਾ ਹੋਏਗਾ, ਉਹਦਾ ਦਿੱਤਾ ਨਹੀਂ। ਇੱਕ ਹੋਰ ਜੱਜਮੈਂਟ ਦਾ ਪੈਰਾ, ਇੰਡੀਅਨ ਪੈਨਲ ਕੋਡ ਸੈਕਸ਼ਨ 376 ਰੇਪ ਐਵੀਡੈਂਸ ਐਕਟ ਸੈਕਸ਼ਨ 90, ਅਕਿਊਜ਼ਡ ਕਮਿਟਿੰਗ ਸੈਕਸ਼ੂਅਲ ਇੰਟਰਕੋਰਸ ਔਨ ਪ੍ਰੋਮਿਸ ਟੂ ਮੈਰੀ, ਵੀ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ, ਬਟ ਔਨ ਅਕਾਊਂਟ ਆਫ ਸਰਕਮਸਟਾਂਸਿਸ ਵਿਚ ਹੀ ਕੁਡ ਨਾਟ ਹੈਵ ਫੋਰਸੀਨ, ਐਸੇ ਹਾਲਾਤ ਸੀ ਜਿਹੜੇ ਉਹਨਾਂ ਨੂੰ ਬਦਲ ਨਹੀਂ ਸੀ ਸਕਦਾ ਉਹ, ਔਨ ਵਿਚ were beyond his control, ਮੁੰਡੇ ਦੇ ਕੰਟਰੋਲ ਤੋਂ ਬਾਹਰ ਸੀ, was unable to marry her despite having every intention to do so, ਉਹਨੇ ਹਰ ਕੋਸ਼ਿਸ਼ ਕੀਤੀ ਮੈਂ ਉਸ ਲੜਕੀ ਨਾਲ ਵਿਆਹ ਕਰਾ ਲਵਾਂ, ਪਰ ਉਹ ਕਿਸੇ ਵੀ ਐਸੇ ਹਾਲਾਤਾਂ ਕਰਕੇ ਨਹੀਂ ਕਰਾ ਸਕ ਰਿਹਾ ਸੀ। accused can be convicted for rape only if the court reaches a conclusion that the intention of the accused was malified, ਜੇ ਉਹਦੀ ਨੀਤ ਮਾੜੀ ਸੀ ਤਾਂ ਉਹਨੂੰ ਸਜ਼ਾ ਦੇਗੀ, ਨਹੀਂ ਤਾਂ ਨਹੀਂ। and that he had ਵੀ ਉਹਦਾ ਕੋਈ ਗੰਦਾ ਮੋਟਿਵ ਸੀ, ਜੇ ਕੋਈ ਗੰਦਾ ਮੋਟਿਵ ਸੀ ਤੇ ਉਸ ਕਰਕੇ ਉਹਨੂੰ ਦਿੱਤੀ ਜਾ ਸਕਦੀ ਹੈ। ਅਗਲਾ ਸੇਮ ਐਵੀਡੈਂਸ ਐਕਟ ਨਾ, ਰੇਪ ਵਿਦ ਦਾ ਕੰਸੈਂਟ ਆਫ ਪ੍ਰੋਸੀਕਿਊਟਰਿਕਸ, ਜਿਹੜੀ ਮੈਂ ਤੁਹਾਨੂੰ
ਐਗਜ਼ਾਮਪਲ ਦਿੱਤੀ ਕਿ ਉਹ 4 ਵਾਰੀ ਹੋਟਲ ਚਲ ਗਏ 2-2 3-3 ਮਹੀਨੇ ਦੇ ਡਿਫਰੈਂਸ ਤੇ, ਜਦੋਂ ਉਹਨੇ ਉਦੋਂ ਨਹੀਂ ਆਪਣੀ ਕੰਪਲੇਂਟ ਦਿੱਤੀ, ਮੈਂ ਦਿੱਲੀ ਦਾ ਵੀ ਕੇਸ ਸੁਣਾਊਂਗਾ ਤੁਹਾਨੂੰ, ਦਿੱਤੀ, ਕਹਿੰਦਾ ਐਨੀ ਕੰਸੈਂਟ ਗਿਵਨ ਅੰਡਰ ਦੀ misconception of fact would not be considered as valid consent so far as the provision of 375 Indian Code and such physical relationship would paramount to commit rape। ਜੇ ਬੰਦੇ ਨੂੰ ਕਿਸੇ ਗਲਤ ਤਰੀਕੇ ਨਾਲ ਤੁਸੀਂ ਕੋਈ ਕਮਿਟਮੈਂਟ ਦੇ ਦਿੱਤੀ ਹੈ, ਕੁਝ ਕੰਮ ਕਰਤਾ ਤਾਂ ਹੈ, ਪਰ ਜੇ ਇਦਾਂ ਨਹੀਂ ਹੈ ਤੇ ਤੁਹਾਡੀ ਨਹੀਂ ਮੰਨੀ ਜਾਂਦੀ। ਤੇ ਕੰਸੈਂਟ ਜਿਹੜੀ ਹੈ ਉਹ ਮੇ ਬੀ ਇੰਪਲਾਈਡ ਹੋ ਸਕਦੀ ਹੈ, ਕੋਰਸਿਵ ਹੋ ਸਕਦੀ ਹੈ, ਮਿਸਗਾਈਡਡ ਹੋ ਸਕਦੀ ਹੈ, obtain willingly ਔਰ ਥਰੂ ਡਿਸੀਟ, ਧੋਖੇ ਨਾਲ ਜੇ ਦਿੱਤੀ ਗਈ ਹੈ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਟੈਨਸ਼ਨ ਲੈਣ ਦੀ ਲੋੜ ਹੈ। ਪਰ ਇਹਦੇ ਚ ਵਕੀਲ ਸਾਹਿਬ ਜੇ ਦੇਖੀਏ ਇਹ ਜਿਹੜੇ ਮਾਮਲੇ ਹੋ ਜਾਂਦੇ ਨੇ, ਹੁਣ ਜੇ ਗੱਲ ਕਰੀ ਜਾਵੇ ਇਹਦੇ ਚ ਜ਼ਿਆਦਾਤਰ ਸ਼ਿਕਾਰ ਤਾਂ ਖੈਰ ਮੁੰਡੇ ਨੇਗੇ, ਕਿਉਂਕਿ ਕੁੜੀਆਂ ਦੇ ਵੱਲੋਂ ਕਰਾਇਆ ਜਾਂਦਾ ਪਰਚਾ, ਮੁੰਡੇ ਬਹੁਤ ਘੱਟ ਜਾਂਦੇ ਨੇ, ਮੈਨੂੰ ਲੱਗਦਾ ਜਾਂ ਤਾਂ ਬਹੁਤ ਘੱਟ ਹੋਣੇ ਆ ਰਿਪੋਰਟ ਹੋਏ ਹੋਣੇ ਆ। ਇਹਦੇ 'ਚ ਫਿਰ ਜਦੋਂ ਜਿਵੇਂ ਮਾਨਯੋਗ ਅਦਾਲਤਾਂ ਨੇ ਵੀ ਆਪਦੀਆਂ ਜਜਮੈਂਟਾਂ ਦਿੱਤੀਆਂ ਨੇਗੀਆਂ, ਸਪੋਜ਼ ਕਰੋ ਕਿ ਮਾਮਲਾ ਕੋਈ ਦਰਜ ਹੁੰਦਾ, ਉਹਦੇ ਵਿੱਚ ਠੀਕ ਹੈ ਕੋਰਟ ਕੋਲੇ ਫੈਕਟ ਜਾਂਦੇ ਨੇ, ਕੋਰਟ ਉਸ ਮਾਮਲੇ ਨੂੰ ਖਤਮ ਕਰ ਦਿੰਦੀ, ਜਿਵੇਂ ਤੁਸੀਂ ਦੱਸਿਆ ਵੀ ਉਰੇ ਮੁੰਡੇ ਦੀ ਸਜ਼ਾ ਮਾਫ ਕਰਤੀ ਜਾਂ ਮਾਮਲੇ ਖਤਮ ਕਰਤਾ ਜਾਂ ਸਜ਼ਾ ਮਾਫ ਹੋ ਗਈ। ਫਿਰ ਮੁੰਡਿਆਂ ਨੂੰ ਅੱਗੇ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ, ਜਾਂ ਉਹਨਾਂ ਕੋਲ ਕੀ ਰਾਈਟ ਰਹਿ ਜਾਂਦੇ ਨੇ ਜਿਹਦੇ ਤਹਿਤ ਚਲੋ ਕੁੜੀ ਨੇ ਜਿੰਨਾ ਟਾਈਮ ਲੱਗਿਆ ਉਹਨਾਂ ਟਾਈਮ ਤਾਂ ਨਿਕਲ ਗਏ, ਜਿੰਨਾ ਮਰਜ਼ੀ ਸਮਾਂ ਨਿਕਲ ਗਿਆ, ਫਿਰ ਮੁੰਡੇ ਕੋਲ ਕੀ ਰਹੇ? ਉਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਸਮਝਾਉਣੀ ਚਾਹੁੰਦਾ। ਜਨਰਲੀ ਜਦੋਂ ਕੰਪਲੇਂਟ ਆਉਂਦੀ ਹੈ ਉਹਦੇ ਵਿੱਚ ਪਹਿਲਾਂ ਲੜਕੀ ਵੱਲੋਂ ਕੀ ਉਹਨੇ ਤੇ ਇਲਜ਼ਾਮ ਲਾਤੇ, ਫਿਰ ਲੜਕੀ ਦਾ ਮੈਡੀਕਲ ਮੋਸਟ ਇੰਪੋਰਟੈਂਟ ਹੈ। ਮੰਨ ਲਓ ਲੜਕੀ ਤੇ ਲੜਕੇ ਨੇ ਪਿਛਲੇ 1 ਸਾਲ 'ਚ ਇੰਟਰਕੋਰਸ ਕੀਤਾ ਹੀ ਨਹੀਂ, ਲੜਕਾ ਕੰਪੈਲ ਕਰੇ ਕਿ ਲੜਕੀ ਦਾ ਮੈਡੀਕਲ ਕਰਾਇਆ ਜਾਵੇ, ਕਿਉਂਕਿ ਜੇ ਲੜਕੀ ਦੇ ਫਰੰਟ ਆਰਗਨ ਵੱਲੋਂ ਅਸੀਂ ਸੈਕਸ਼ੂਅਲ ਇੰਟਰਕੋਰਸ ਕੀਤਾ 1 ਸਾਲ ਤੱਕ, ਅੱਜ ਕੀਤਾ ਤੇ ਅਗਲੇ ਸਾਲ ਤੱਕ ਉਹਦੀ ਮੈਡੀਕਲ ਜਾਂਚ ਵਿੱਚ ਰਿਪੋਰਟ ਆ ਜੂਗੀ ਇਹਨੇ 1 ਸਾਲ ਦੇ ਦੌਰਾਨ ਸੈਕਸ ਕੀਤਾ ਸੀ। ਜੇ ਉਹ ਬਾਡੀ ਦੇ ਪਿਛਲੇ ਪਾਰਟ ਤੋਂ ਨਹੀਂ ਕੀਤਾ ਜਾਵੇ ਤਾਂ 2 ਸਾਲ ਤੱਕ ਉਹਦੀ ਮੈਡੀਕਲ ਰਿਪੋਰਟ ਸਾਹਮਣੇ ਆ ਜਾਂਦੀ ਹੈ। ਤੇ ਜੇ ਮੰਨ ਲਓ ਰਿਲੇਸ਼ਨਸ਼ਿਪ 1 ਸਾਲ ਪਹਿਲਾਂ ਸੀ, 1 ਸਾਲ ਦੇ ਵਿੱਚ ਰਿਲੇਸ਼ਨਸ਼ਿਪ ਹੀ ਨਹੀਂ ਬਣਿਆ, ਇਹ ਈਵਨ ਮੈਰਿਡ ਗਰਲਸ ਦੇ ਕੇਸ 'ਚ ਵੀ ਆਉਂਦਾ ਹੈ ਕਿ ਲੜਕੀਆਂ ਇਹੋ ਜਿਹੇ ਇਲਜ਼ਾਮ ਲਾਉਂਦੀਆਂ ਨੇ, ਮੁੜ ਕੇ ਸਾਲ 2 ਸਾਲ ਹੋ ਜਾਂਦੇ ਵੱਖਰੇ ਰਹਿੰਦਿਆਂ ਨੂੰ। ਤੇ ਇਹੋ ਜਿਹੇ ਕੰਸੈਂਟ ਵਿੱਚ, ਇਹੋ ਜਿਹੇ ਹਾਲਾਤਾਂ ਵਿੱਚ ਲੜਕੇ ਦੀ ਡਿਊਟੀ ਬਣਦੀ ਹੈ ਪਹਿਲੀ ਗੱਲ ਤੇ ਇਹ ਦੱਸੇ। ਸੈਕਿੰਡ, ਉਹ ਮੁੱਕਰੇ ਨਾ, ਜ਼ਿਆਦਾਤਰ ਲੋਕ ਡਰ ਜਾਂਦੇ ਨੇ, ਡਰ ਕੇ ਮੁੱਕਰਦੇ ਨੇ। ਜਦੋਂ ਮੁੱਕਰਦੇ ਨੇ ਤੇ ਪੁਲਿਸ ਕੋਲ ਮਸਾਲਾ ਮਿਲ ਜਾਂਦਾ ਹੈ, ਪੁਲਿਸ ਕਹਿੰਦੀ ਯੈਸ ਇਹ ਬੰਦਾ ਗਲਤ ਹੈ, ਇਹਨੂੰ ਠੋਕੋ। ਪੁਲਿਸ ਨੂੰ ਸਹੀ ਹਾਲਾਤ ਦੱਸੇ ਜਾਣ ਕਿ ਤੁਸੀਂ ਇਕੱਠੇ ਰਹੇ ਜਾਂ ਤੁਸੀਂ ਆਪਸ 'ਚ ਪਰਫਾਰਮ ਕੁਝ ਕੀਤਾ, ਤੁਸੀਂ ਨਹੀਂ ਕੀਤਾ, ਤਾਂ ਪੁਲਿਸ ਨੂੰ ਰਿਐਲਿਟੀ ਜਦੋਂ ਦੱਸੋਗੇ ਵੀ ਇੱਦਾਂ ਇਹ ਮੇਰੇ ਨਾਲ ਕੰਸੈਂਟਿੰਗ ਰਹੀ, ਇਹ ਮੇਰੇ ਕੋਲ ਆਉਂਦੀ ਜਾਂਦੀ ਰਹੀ, ਇਹ ਮੇਰੇ ਨਾਲ ਕਰ ਰਹੀ। ਇੱਕ ਹੋਰ ਟਿਪ ਦੇਣ ਲੱਗਾ ਇੱਥੇ ਮੈਂ, ਮੰਨ ਲਓ ਤੁਸੀਂ ਨਵੇਂ ਰਿਲੇਸ਼ਨਸ਼ਿਪ 'ਚ ਹੋ ਔਰ ਤੁਸੀਂ ਸੱਚੀ ਮੁੱਚੀ ਲੜਕੀ ਵੀ ਤੁਹਾਡੇ ਨਾਲ ਰਾਜੀ ਹੈ, ਹੋਟਲ 'ਚ ਪਹਿਲਾਂ ਲੜਕੀ ਨੂੰ ਭੇਜੋ, ਉਹਨੂੰ ਕੋ ਆਪਣਾ ਆਧਾਰ ਕਾਰਡ ਦੇ ਜੈਨੂਨ ਵਾਲਾ ਕਮਰਾ ਬੁੱਕ ਕਰਾ ਆਪਣੇ ਨਾਂ 'ਤੇ। ਅੱਜ ਕੱਲ੍ਹ ਤੁਸੀਂ ਕਿਸੇ ਵੀ ਹੋਟਲ ਚਲ ਜਾਓ ਤੇ ਤੁਸੀਂ ਸੈਕਿੰਡ ਮੇਲ ਹੋ, ਚਾਹੇ ਉਹਦਾ ਭਰਾ ਹੀ ਹੋ, ਜੇ ਤੁਸੀਂ ਸੇਮ ਰੂਮ 'ਚ ਜਾਣਾ ਹੈ, ਤੁਸੀਂ ਮਿਲਣ ਵੀ ਆਏ ਹੋ ਤੇ ਤੁਹਾਨੂੰ 1-2 ਘੰਟੇ ਲਈ ਅਲਾਊਡ ਹੈ, ਤੇ ਤੁਸੀਂ ਆਪਣਾ ਕਾਰਡ ਦਿਓਗੇ ਤੇ ਤੁਹਾਨੂੰ ਹੋਟਲ ਵਾਲੇ ਅੰਦਰ ਐਂਟਰ ਕਰਨ ਦੇਣਗੇ। ਸਕੀਮਾਂ ਦੱਸੀਆਂ ਨੇ ਲੋਕਾਂ ਦੱਸਣੀ ਨਹੀਂ, ਬਾਅਦ 'ਚੋਂ ਮੁੰਡੇ ਫਸਾ ਲਈਏ ਆਪਾਂ। ਜੇ ਲੜਕੀ ਮੰਨ ਲਓ ਕੰਸੈਂਟਿੰਗ ਹੈ, ਪ੍ਰੂਫ ਕਿਵੇਂ ਕਰੋਗੇ? ਮੈਂ ਚਲਾ ਗਿਆ, ਮੇਰੇ ਨਾਲ ਮੇਰੀ ਸਹੇਲੀ ਹੈ, ਅਸੀਂ ਹੋਟਲ 'ਚ ਗਏ ਹਾਂ, ਅਸੀਂ ਦੋਨਾਂ ਨੇ ਆਪਣਾ ਕਾਰਡ ਦੇ ਦਿੱਤਾ, ਅਸੀਂ ਅੰਦਰ ਚਲ ਗਏ ਹਾਂ, ਮੁੜ ਕੇ ਬਾਹਰ ਆ ਕੇ ਕਹੇ ਜੀ ਮੈਨੂੰ ਜ਼ਬਰਦਸਤੀ ਲੈ ਗਿਆ ਸੀ ਸੁਨੀਲ ਮਿਲਣ, ਮਰਨਾ ਮੈਂ ਜਾਂ ਸੁਮਿਤ ਦਾ ਨਾਂ ਲੱਗ ਜੇ ਤੇ ਮੈਂ ਸੁਮਿਤ ਨੂੰ ਰਸਤਾ ਨਹੀਂ ਸਮਝਾਉਣਾ ਕਿ ਜੇ ਉਹ ਤੇਰੇ ਨਾਲ ਕੰਸੈਂਟਿੰਗ ਹੈ ਅਗਲੇ ਤੋਂ ਕਰਵਾਓ। ਬਿਲਕੁਲ, ਉਹਨੂੰ ਕਹੋ ਵੀ ਲੈ ਤੂੰ ਜਾ ਕੇ ਆਪਣਾ ਕਮਰਾ ਬੁੱਕ ਕਰਾ ਤੇ ਮੈਂ ਆਉਣਾ। ਆਪਣਾ ਆਧਾਰ ਕਾਰਡ ਦੇ ਕੇ ਜਾਓ ਉਸ ਹੋਟਲ 'ਚ, ਚੋਰੀ ਨਹੀਂ ਕਰਨੀ, ਗਲਤ ਆਧਾਰ ਕਾਰਡ ਨਹੀਂ ਦੇਣਾ, ਗਲਤ ਆਧਾਰ ਕਾਰਡ ਦੇਣ ਦਾ ਜੁਰਮ ਹੈ। ਕੋਈ ਹੋਟਲ 'ਚ ਰੇਡ ਵੀ ਵੱਜੇ ਤੇ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਕਿਉਂਕਿ ਤੁਹਾਡੇ ਆਧਾਰ ਕਾਰਡ ਜੈਨੂਨ ਨੇ। ਜੇ ਤੁਹਾਨੂੰ ਕਹਿਣ ਵੀ ਤਾਂ ਉਹਨੂੰ ਕਹੋ ਲਓ ਮੇਰੇ ਫੈਮਿਲੀ ਦਾ, ਮੇਰੇ ਉਹਨਾਂ ਦਾ ਨੰਬਰ ਲੈ ਲਓ, ਡਰਦੇ ਉੱਥੋਂ ਨੇ। ਤੇ ਚੰਗੇ ਹੋਟਲ 'ਚ ਚਲ ਜਾਓ, 1000 ਵਾਲੇ 'ਚ ਨਾ ਜਾਓ ਨਾ, 5000 ਵਾਲੇ ਚਲ ਜਾਓ, ਪਰ ਪਹਿਲਾਂ ਲੜਕੀ ਨੂੰ ਭੇਜੋ, ਫਿਰ ਆਪਣਾ ਆਧਾਰ ਕਾਰਡ ਦੇ ਕੇ ਜਾਓ, ਰਾਤ ਰਵੋ, ਜੋ ਤੁਹਾਡੀ ਆਪਸੀ ਇੱਛਾ ਹੈ ਉਹਨੂੰ ਪੂਰਨ ਕਰੋ ਤੇ ਘਰ ਆਓ। ਉਸ ਕੇਸ 'ਚ ਜੇ ਕੁੜੀ ਕੱਲ੍ਹ ਨੂੰ ਦਿੰਦੀ ਵੀ ਹੈ ਸ਼ਿਕਾਇਤ, ਹੋਟਲ ਦਾ ਪ੍ਰੂਫ ਸਾਹਮਣੇ ਆਉਣਾ ਹੀ ਆਉਣਾ, ਉਹਨੂੰ ਕੋਈ ਚੈੱਕ ਕਰੋ। ਇਹਨੇ ਮੈਨੂੰ ਸੱਦਿਆ ਸੀ ਬੁਲਾ ਉੱਥੇ ਕਹਿ ਕੇ, ਸਾਡਾ ਬਾਹਰ ਰਾਜੀਨਾਮਾ ਹੋਇਆ ਕਿ ਹਾਂ ਆਪਾਂ ਇਹ ਕੰਮ ਕਰਨਾ ਹੈ, ਮੈਚੋਰ ਹਾਂ ਦੋਵੇਂ, 21 ਸਾਲ ਤੋਂ ਵੱਡੇ ਹਾਂ, ਅਸੀਂ ਕਰ ਸਕਦੇ ਹਾਂ। ਤਾਂ ਸ਼ੀ ਗੇਵ ਮੀ ਆਫਰ, ਆਈ ਵੈਂਟ ਦੇਅਰ, ਸ਼ੀ ਵਾਜ਼ ਕੰਸੈਂਟਿੰਗ ਪਾਰਟੀ। ਆਹ ਜੱਜਮੈਂਟ ਮੇਰੇ ਕੋਲ ਲੈ ਲਓ, ਪਰਚਾ ਦਰਜ ਨਹੀਂ ਹੋਣਾ। ਇਹਦੇ 'ਚ ਹੁਣ ਵਕੀਲ ਸਾਹਿਬ ਲਾਸਟ 'ਚ ਜੇ ਆਪਾਂ ਗੱਲ ਇੱਕ ਪਹਿਲਾਂ ਮੈਂ ਨੁਕਤਾ ਦੱਸਿਆ, ਇੱਦਾਂ ਹੋਰ ਬੜੇ ਨੁਕਤੇ ਨੇ
ਮੇਰਾ ਵੀ YouTube ਚੈਨਲ ਹੈ, ਉਹਨੂੰ ਸਬਸਕ੍ਰਾਈਬ ਕਰ ਲੈਣਾ, ਉਹ 'ਚੋਂ ਲੱਭ ਜਾਏਗਾ ਮੇਰੇ ਨਾਂ ਤੋਂ। ਇਹਨਾਂ ਦੇ ਵੀ ਕਮੈਂਟਾਂ 'ਚ ਪਾਉਣਾ, ਅਸੀਂ ਪੜਾਂਗੇ ਕਮੈਂਟ, ਤੁਹਾਨੂੰ ਦੇਵਾਂਗੇ ਜਵਾਬ ਜਿਹੜੇ ਮੇਰੇ ਵੀਰ ਭੈਣ ਭਰਾ ਫਸੇ ਆ। ਹਾਂ ਹੁਣ ਤੁਸੀਂ ਫਸ ਗਏ, ਪਰ ਪਹਿਲੀ ਗੱਲ ਤੇ ਤੁਸੀਂ ਪੁਲਿਸ ਨਾਲ ਇੰਨਾ ਕੁ ਕੋਆਪਰੇਟ ਕਰੋ ਕਿ ਤੁਸੀਂ ਉਹਨਾਂ ਨੂੰ ਜੈਨੂਇਨ ਇਨਫੋਰਮੇਸ਼ਨ ਦਿਓ। ਜੇ ਤੁਹਾਨੂੰ ਲੱਗੇ ਕਿ ਤੁਹਾਡੀ ਥੱਲੜੇ ਲੈਵਲ ਤੇ ਸੁਣਵਾਈ ਨਹੀਂ ਹੋ ਰਹੀ, ਤੁਸੀਂ DSP ਕੋਲ ਜਾਓ, ਉੱਥੇ ਵੀ ਸੁਣਵਾਈ ਨਹੀਂ ਹੋ ਰਹੀ SP ਕੋਲ ਜਾਓ, ਉੱਥੇ ਨਹੀਂ ਸੁਣਵਾਈ ਹੋ ਰਹੀ ਤੇ ਸਿੱਟ ਬਣਾਉਣ ਦੀ ਕੋਸ਼ਿਸ਼ ਕਰੋ। ਪਹਿਲੀ ਗੱਲ ਤੇ ਪੂਰਾ ਜ਼ੋਰ ਲਾਓ ਕਿ ਪਰਚਾ ਦਰਜ ਨਾ ਹੋਵੇ, ਕਿਉਂਕਿ ਇੱਕ ਵਾਰੀ ਪਰਚਾ ਦਰਜ ਹੁੰਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪੂਰਾ ਡਿਊ ਕੋਰਸ ਕਰਨਾ ਪਏਗਾ। ਤੁਹਾਨੂੰ ਐਂਟੀਸਪੇਟਰੀ ਜ਼ਮਾਨਤ ਵੀ ਮਿਲ ਸਕਦੀ, ਪੁਲਿਸ ਦੇ ਕਾਬੂ ਨਾ ਆਓ ਤੇ ਤੁਸੀਂ ਐਂਟੀਸਪੇਟਰੀ ਜ਼ਮਾਨਤ ਲਵੋ। ਔਰ ਐਸੇ ਕੇਸਾਂ 'ਚ ਸੈਕਸ਼ਨ 160 ਦਾ ਪਰਵਾਨਾ ਪੁਲਿਸ ਕੋਲੋਂ ਲਏ ਬਿਨਾ, ਹਾਂ ਕੱਚੇ ਤੌਰ ਤੇ ਪਹਿਲਾਂ ਚੱਲ ਜਾਓ, 2-3 ਮੀਟਿੰਗਾਂ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇੱਕੋ ਗੱਲ ਕਹੋ ਜੀ ਪਹਿਲਾਂ ਸਬੂਤ ਇਕੱਠੇ ਕਰ ਲਓ, ਫਿਰ ਮੈਨੂੰ 160 ਦਾ ਪਰਵਾਨਾ ਦਿਓ ਤੇ ਮੈਂ ਅਫੀਸ਼ੀਅਲੀ ਆ ਕੇ ਤੁਹਾਨੂੰ ਆਪਣੀ ਸਟੇਟਮੈਂਟ ਦੇ ਕੇ ਜਾਊਂਗਾ। ਕੱਚੇ ਤੌਰ ਤੇ ਆਪਣੀ ਕੋਈ ਸਟੇਟਮੈਂਟ ਨਹੀਂ ਦੇਣ ਦੀ ਲੋੜ ਹੈਗੀ। ਤੁਸੀਂ ਜਦੋਂ ਕੱਚੀਆਂ ਸਟੇਟਮੈਂਟਾਂ ਦੇ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਫਸਦੇ ਹੋ ਤੇ ਫਿਰ ਤੁਸੀਂ ਦੌੜਦੇ ਹੋ, ਫਿਰ ਤੁਹਾਡੇ ਕੋਲ ਬਚਣ ਦਾ ਰਾਹ ਨਹੀਂ ਲੱਭਦਾ। ਇਮੀਡੀਏਟ ਤੁਹਾਨੂੰ ਐਂਟੀਸਪੇਟਰੀ ਬੇਲ ਮਿਲੂਗੀ ਜੇ ਤੁਹਾਡੇ ਹਾਲਾਤ ਜੋ ਮੈਂ ਕਾਨੂੰਨ ਸਮਝਾਇਆ ਉਹਦੇ ਵਿੱਚ ਹੈਗੇ ਨੇ। ਫਿਰ ਉਸ ਤੋਂ ਬਾਅਦ ਜਦੋਂ ਤੁਹਾਡੇ ਤੇ ਝੂਠਾ ਪਰਚਾ ਹੋ ਜਾਏ, ਤੁਸੀਂ ਕ੍ਰਾਸ ਪਰਚਾ ਕਰਾਉਣ ਦੀ ਐਪਲੀਕੇਸ਼ਨ ਦੇ ਸਕਦੇ ਹੋ। ਜੇ ਤੁਸੀਂ ਬਰੀ ਹੋ ਗਏ ਹੋ ਤੇ ਸੈਕਸ਼ਨ 182 ਵੀ ਹੈ, ਸੈਕਸ਼ਨ 191, 192, 193, 195, 340 ਔਰ ਬਾਕੀ ਚੀਜ਼ਾਂ, ਕੁੜੀ ਤੇ ਉਹਦੇ ਜਿੰਨੇ ਵੀ ਗਵਾਹ ਬਣੇ ਸੀ ਉਹਨਾਂ ਸਾਰਿਆਂ ਦੇ ਖਿਲਾਫ ਵੀ ਪਰਚਾ ਦਰਜ ਹੋ ਸਕਦਾ ਹੈ। ਰੈਡ ਵਿਦ 376 ਜਿੱਡੀ ਸਜ਼ਾ ਤੁਹਾਨੂੰ ਮਿਲਣੀ ਸੀ ਕੈਪੀਟਲ ਪਨਿਸ਼ਮੈਂਟ ਨਾਲ, ਉਨੀ ਸਜ਼ਾ 'ਚ ਉਹਨਾਂ ਤੇ ਵੀ ਪਰਚਾ ਹੋ ਸਕਦਾ ਹੈ। ਜ਼ਿਆਦਾਤਰ ਲੋਕ ਤਾਂ ਜਾਨ ਛੜਾ ਕੇ ਭੱਜਣ ਦੀ ਕਰਦੇ ਆ। ਅਗਲਾ ਕਹਿੰਦਾ ਵੀ ਮਸਾਂ ਛੋਟਿਆਂ ਛੱਡੋ ਪਰੇ, ਇੰਨੇ ਸਾਲ ਹੋ ਗਏ, ਹੁਣ ਦੁਬਾਰੇ ਫੇਰ ਰਿੜਕੇ 'ਚ ਪਾਵਾਂਗੇ। ਇਹ ਲੱਗਦਾ ਵੀ ਉੱਥੇ ਵੀ ਕਮੀਆਂ ਰਹਿ ਜਾਂਦੀਆਂ ਨੇ। ਭਾਜੀ ਜ਼ਿਆਦਾਤਰ ਤੇ ਇਹੋ ਜਿਹੇ ਮੁੱਦਿਆਂ 'ਚ ਕੁੜੀਆਂ ਪੈਸੇ ਲੈਂਦੀਆਂ ਨੇ। ਮੈਂ ਇਹੋ ਜਿਹੇ ਕੇਸ ਵੇਖੇ 5 ਲੱਖ 10 ਲੱਖ ਧੰਦਾ ਬਣਾਇਆ ਹੋਇਆ ਕਈਆਂ ਨੇ। ਤੇ ਮੈਂ ਕਹਿੰਦਾ ਸਿਰਫ 1% ਕੇਸ ਜੈਨੂਨ ਹੈ, 99% ਕੇਸ ਬਲੈਕਮੇਲਿੰਗ ਦੇ ਆ। ਜਿਹੜਾ ਰੇਪ ਹੋਇਆ, ਐਡੀ ਬੇਇੱਜ਼ਤੀ ਹੋ ਗਈ, ਐਡੀ ਡਿਗਨਿਟੀ ਚਲ ਗਈ, ਉਹ 5 ਲੱਖ ਨਾਲ ਕਿਹੜੀ ਮੱਲਮ ਲੱਗ ਗਈ ਸਾਲੀ ਠੀਕ ਹੋ ਗਈ। 90% ਕਿ 99% 1-2% ਹੁੰਦਾ ਹੈ। ਔਰ ਇਹੋ ਜਿਹੇ ਵੀ ਰੇਪ ਹੈਗੇ ਨੇ ਜਿਹੜੇ ਅੱਜ ਤੱਕ ਰਿਪੋਰਟ ਹੀ ਨਹੀਂ ਹੋਏ, ਔਰ ਇੰਨੇ ਘਿਨੌਣੇ ਰੇਪ ਹੋ ਚੁੱਕੇ ਨੇ, ਰਿਪੋਰਟ ਹੀ ਨਹੀਂ ਹੁੰਦੇ। ਲੋਕ ਡਰਦੇ ਹੀ ਨਹੀਂ ਪੁਲਿਸ ਕੋਲ ਜਾਂਦੇ ਕਿ ਪੁਲਿਸ ਨੇ ਸਾਨੂੰ ਹੀ ਹਿਊਮਿਲੇਟ ਕਰ ਮਾਰ ਦੇਣਾ। ਸੋ ਪਰ ਜਿਹੜੀ ਅਰਬਨ ਲੇਡੀ ਹੈ, ਅਰਬਨ ਲੜਕੀ ਹੈ, ਕਿਸੇ ਵੀ ਏਜ ਦੀ ਹੈ, ਅਬਵ 21, ਮੈਂ ਤਾਂ 19 ਸਾਲ ਦੀ ਵੀ ਕਹਾਣੀ ਸੁਣਾਤੀ ਤੁਹਾਨੂੰ, ਪਰ ਅਬਵ 21 ਇਹੋ ਜਿਹੇ ਕੇਸਾਂ 'ਚ 90% 99% ਬੜੀਆਂ ਜ਼ਮਾਨਤਾਂ ਕਰਾਈਆਂ ਸੀ, ਹੁੰਦੀਆਂ। ਮਾਨਯੋਗ ਅਦਾਲਤ ਮੰਨਦੀ ਹੈ। ਹਾਂ ਲੜਕੀ ਦੀ ਉਮਰ 13 ਸਾਲ 14 ਸਾਲ ਹੈ ਤੇ ਉਹਦੇ 'ਚ 20 ਸਾਲ ਸਜ਼ਾ ਪੱਕੀ ਹੈ। ਇਹ ਵੀ ਮੈਂ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਦੱਸਦਾ। ਲੜਕੀ ਮੇਰੇ ਕੋਲ ਕੇਸ ਆਇਆ ਸੀ, ਲੜਕੀ ਨੇ 2 ਮਹੀਨੇ ਬਾਅਦ ਰਿਪੋਰਟ ਕੀਤੀ ਉਹਦੇ ਪਰਿਵਾਰ ਨੇ, ਔਰ ਉਹ 2 ਮਹੀਨੇ ਬਾਅਦ ਦੀ ਰਿਪੋਰਟ ਤੋਂ ਬਾਅਦ ਪਰਚੇ ਦਰਜ ਹੋਏ, 376D ਲੱਗੀ, ਗੈਂਗ ਰੇਪ ਲੱਗਾ। ਔਰ ਉਹਦੇ ਵਿੱਚ ਵੀ ਤੁਹਾਨੂੰ ਇੱਕ ਸਟੋਰੀ ਸੁਣਾ ਦਿੰਦਾ। ਸਟੋਰੀ ਕੀ ਸੀ ਉਸ ਲੜਕੀ ਦੀ ਕਿ ਰਾਤ ਨੂੰ ਮੇਰੇ ਘਰ 2 ਮੁੰਡੇ ਆਏ। ਦੋਨਾਂ ਮੁੰਡਿਆਂ ਨੇ ਕਿਹਾ ਕਿ ਮੇਰੇ ਦਾਦੇ ਕੋਲੋਂ ਘੜੂਕਾ ਲੈਣਾ, ਘੜੂਕਾ ਲੈ ਕੇ ਜਾਣਾ। ਜਦੋਂ ਮੈਂ ਕਿਹਾ ਕਿ ਮੇਰਾ ਦਾਦਾ ਦਾਰੂ ਪੀ ਕੇ ਸੁੱਤਾ ਹੈ, ਘੜੂਕਾ ਲੈਣ ਦੀ ਬਜਾਏ ਉਹਨਾਂ ਨੇ ਕੀ ਕੀਤਾ, ਮੇਰੇ ਮੂੰਹ ਨੂੰ ਗੈਗ ਕੀਤਾ, ਮੈਨੂੰ ਮੋਟਰਸਾਈਕਲ 'ਤੇ ਬਿਠਾਇਆ, ਮੋਟਰਸਾਈਕਲ 'ਤੇ ਬਿਠਾ ਕੇ ਤੇ ਮੈਨੂੰ ਕੁਲਵੰਤ ਟਾਇਰਾਂ ਵਾਲੇ ਦੇ ਉੱਥੇ ਘਰ ਪਾ ਲਿਆ। ਟਾਇਰਾਂ ਵਾਲੇ ਦੇ ਘਰ ਪੈਣ ਤੋਂ ਬਾਅਦ ਉੱਥੇ ਤੀਜਾ ਮੁੰਡਾ ਖੜਾ ਸੀ ਸਟੁੱਟਗਾਰਡ ਅੰਦਰ। ਪਹਿਲੇ ਨੇ ਇੱਕ ਮੁੰਡੇ ਨੇ ਕੀਤਾ ਮੇਰੇ ਨਾਲ ਰੇਪ, ਬਾਕੀ ਦੋਵਾਂ ਨੇ ਮਦਦ ਕੀਤੀ ਉਹਦੀ, ਤੋਂ ਗੈਂਗ ਰੇਪ ਬਣ ਗਿਆ। ਉਹਦੇ ਦੌਰਾਨ ਮੈਂ ਲੜਕੀ ਕੋਲ ਸਵਾਲ ਪੁੱਛੇ ਕਿ ਜਦੋਂ ਤੈਨੂੰ ਘਰੋਂ ਲੈ ਕੇ ਗਏ, ਪਹਿਲੀ ਗੱਲ ਤੇ ਤੇਰਾ ਬੇਟਾ ਮੈਡੀਕਲ ਹੋਇਆ? ਕਹਿੰਦੀ ਨਹੀਂ ਹੋਇਆ। ਮੈਂ ਕਿਹਾ ਤੂੰ ਆਪਣੇ ਇਨਰ ਵੀਅਰ ਦਿੱਤੇ? ਕਹਿੰਦੀ ਧੋ ਚੁੱਕੀ ਸੀ ਮੈਂ, ਵਾਸ਼ਿੰਗ ਹੋ ਚੁੱਕੀ ਸੀ ਉਹਨਾਂ ਦੀ। ਫਿਰ ਮੈਂ ਕਿਹਾ ਤੂੰ ਮੈਡੀਕਲ 'ਚ ਕੁਛ ਦਿੱਤਾ? ਮੈਡੀਕਲ 'ਚ ਕੁਛ ਨਹੀਂ ਆਇਆ ਰਿਪੋਰਟ। ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਜਦੋਂ ਤੈਨੂੰ ਇਹਨਾਂ ਨੇ ਉੱਥੇ ਤੇਰੇ ਨਾਲ ਰੇਪ ਕਰਕੇ ਤੈਨੂੰ ਕੁਲਵੰਤ ਟਾਇਰਾਂ ਵਾਲੇ ਦੇ ਘਰ ਛੱਡਤਾ ਤੇ ਤੂੰ ਕਿਹਾ ਮੈਂ ਰੋਂਦੀ ਰੋਂਦੀ ਘਰ ਆਈ, ਉੱਥੋਂ ਤੇਰੇ ਘਰ ਤੋਂ ਉਹਨਾਂ ਡਿਸਟੈਂਸ ਕਿੰਨਾ ਸੀ? ਕਹਿੰਦੀ ਜੀ 1.5 ਕਿਲੋਮੀਟਰ ਦਾ ਸੀ। ਮੈਂ ਕਿਹਾ ਉਹਦੇ ਦੌਰਾਨ ਤੈਨੂੰ ਕੋਈ ਚੌਂਕੀਦਾਰ ਮਿਲਿਆ, ਤੈਨੂੰ ਕੋਈ ਇੰਡੀਪੈਂਡੈਂਟ ਗਵਾਹ ਮਿਲਿਆ, ਕੋਈ ਕੈਮਰੇ 'ਚ ਤੇਰੀ ਆਈ ਫੋਟੋ ਕਿ ਤੂੰ ਕੈਮਰੇ 'ਚ ਆਈ ਹੈ ਚੱਲੀ ਹੈ? ਨਹੀਂ ਆਈ ਜੀ। ਪੁਲਿਸ ਨੂੰ ਇਹ ਸਵਾਲ ਪੁੱਛੇ ਗਏ। ਉਸ ਤੋਂ ਬਾਅਦ ਮਜ਼ੇਦਾਰ ਗੱਲ ਤੁਹਾਨੂੰ ਦੱਸਾਂ, ਜਿਹੜਾ 2 ਮੁੰਡਿਆਂ ਦਾ ਉਹਨੇ ਜ਼ਿਕਰ ਕੀਤਾ ਗਿਆ, ਕਿਸੇ ਥਾਂ 'ਤੇ ਉਹਨਾਂ ਦਾ ਨਾਂ ਨਹੀਂ ਲਿਆ ਗਿਆ, ਨਾ ਲੇਟਰ ਔਨ ਲਿਆ ਗਿਆ। ਔਰ ਉਸ ਤੋਂ ਬਾਅਦ ਜਿਹੜਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ, ਉਹ ਮੁੰਡਾ ਜਦੋਂ ਉਹਨੇ ਆਪਣੀ ਇਨਕੁਆਇਰੀ ਲਾਈ, ਉਹ ਮੁੰਡਾ ਬਾਹਰ ਨਿਕਲ ਗਿਆ ਇਨਕੁਆਇਰੀ 'ਚ। ਮੋਟਰਸਾਈਕਲ ਵੀ ਸਾਬਤ ਨਹੀਂ ਕਰ ਸਕੀ ਪੁਲਿਸ ਕਿ ਮੋਟਰਸਾਈਕਲ ਵੀ ਇਹਨਾਂ ਦਾ ਹੀ ਸੀ, ਮੋਟਰਸਾਈਕਲ ਚਲਾਉਣ ਵਾਲਾ ਵੀ ਨਹੀਂ ਸੀ। ਫਿਰ ਵੀ ਉਹਨਾਂ ਮੁੰਡਿਆਂ ਨੂੰ 20 ਸਾਲ ਕੈਦ ਹੋਈ। ਸਿਰਫ ਇੱਕੋ ਕਾਰਨ ਸੀ, ਲੜਕੀ ਦੀ ਉਮਰ 13 ਸਾਲ ਸੀ। ਇਹੋ ਹੀ ਲੜਕੀ ਦੀ ਉਮਰ 16, 18, 19 ਹੁੰਦੀ ਤੇ ਰੇਪ ਪ੍ਰੂਵ ਨਹੀਂ ਸੀ ਹੁੰਦਾ। ਜੇ ਬੱਚਾ 6 ਤੋਂ 7 ਸਾਲ ਦਾ, ਸਿਰਫ ਉਹਦੇ ਪੇਰੈਂਟਸ ਵੱਲੋਂ ਇੰਨਾ ਇਲਜ਼ਾਮ ਲਾਣਾ ਵੀ
ਕਿਤੇ ਪ੍ਰਾਈਵੇਟ ਪਾਰਟ ਨੂੰ ਕਿਸੇ ਨੇ ਟੱਚ ਕੀਤਾ ਤੇ ਆਲਮੋਸਟ ਉਮਰ ਕੈਦ ਤੱਕ ਜਾਂ 20 ਸਾਲ ਬੰਦਾ ਅੰਦਰ ਜਾਂਦਾ। ਜੇ 13-14 ਸਾਲ ਦਾ ਤਾਂ ਵੀ ਤੁਹਾਨੂੰ 20 ਸਾਲ ਦੱਸ ਦਿੱਤੀ ਹੈ। ਨਾਬਾਲਿਗ ਦੀ ਗੱਲ ਕਰਦੇ ਆਪਾਂ, ਨਾਬਾਲਿਗ ਦੀ ਗੱਲ ਕਰਦੇ ਆ, ਕਿਉਂਕਿ ਕੋਰਟ ਕਹਿੰਦੀ ਹੈ ਕਿ ਜਿਹੜਾ ਨਾਬਾਲਿਗ ਬੱਚਾ ਨਾ ਉਹਨੂੰ ਪਤਾ ਹੀ ਨਹੀਂ ਮੇਰਾ ਫਾਇਦਾ ਤੇ ਨੁਕਸਾਨ ਕੀ ਹੈ। ਫਿਰ ਵੀ ਪਹਿਲਾਂ ਤਾਂ 21 ਸਾਲ ਸੀ, ਹੁਣ ਤਾਂ ਚਲੋ 16 17 18 ਸਾਲ ਤੱਕ 19 ਸਾਲ ਤੱਕ ਕੋਰਟਸ ਆ ਗਈਆਂ ਨੇ ਵੀ ਉਦੋਂ ਤੱਕ ਦਾ ਬੱਚਾ ਡਿਵੈਲਪ ਹੋ ਜਾਂਦਾ ਪੂਰੀ ਤਰ੍ਹਾਂ, ਉਹਨੂੰ ਪੀਰੀਅਡਸ ਆ ਜਾਂਦੇ ਨੇ, ਉਹਦੀ ਨੌਲੇਜ ਵੱਧ ਜਾਂਦੀ ਹੈ। ਪਰ ਡੈਫੀਨੇਟਲੀ ਪਹਿਲਾਂ ਹੀ ਬੰਦਾ ਇੰਨੇ ਸਾਲ ਲੜ ਚੁੱਕਾ ਹੁੰਦਾ, ਥੱਕ ਚੁੱਕਾ ਹੁੰਦਾ, ਉਸ ਤੋਂ ਬਾਅਦ ਰੈਮੀਡੀਜ਼ ਅਵੇਲੇਬਲ ਨੇ। ਪਰ ਮੈਂ ਇਹ ਸਲਾਹ ਦੇਵਾਂਗਾ ਕਿ ਤੁਸੀਂ ਪਰਚਾ ਦਰਜ ਹੋਣ ਹੀ ਨਾ ਦਿਓ, ਸਮਾਰਟ ਬਣੋ, ਲੀਗਲ ਓਪੀਨੀਅਨ ਲਈ ਮਿਲੋ, ਕਾਨੂੰਨੀ ਰਸਤੇ ਨਾਲ ਤੁਹਾਡੇ ਰਿਲੇਸ਼ਨ ਬਣਦੇ ਨੇ ਬਣਾਓ, ਪਰ ਕਾਨੂੰਨੀ ਰਸਤੇ ਨਾਲ ਬਣਾਓ, ਝੂਠੇ ਪ੍ਰੋਮਿਸ ਘੱਟ ਕਰੋ, ਵੈਸੇ ਤੇ ਗੰਦਾ ਕੰਮ ਕਰੋ ਹੀ ਨਾ। ਮੇਰੀ ਪੰਚ ਲਾਈਨ ਅੱਜ ਦੀ ਇਹ ਹੈ ਕਿ ਇਸ ਪਾਸੇ ਜਾਓ ਹੀ ਨਾ। ਮਾਂ ਪਿਓ ਨੇ ਤੁਹਾਡਾ ਵਿਆਹ ਕਰ ਹੀ ਦੇਣਾ, ਵਿਆਹ ਤੁਹਾਡਾ ਹੋ ਜਾਣਾ, ਤੁਹਾਨੂੰ ਹਰ ਤਰ੍ਹਾਂ ਦਾ ਸੁੱਖ ਮਿਲ ਜਾਣਾ, ਤੁਹਾਡੀਆਂ ਆਦਤਾਂ ਚੰਗੀਆਂ ਹੋਣਗੀਆਂ। ਆਫਟਰ ਆਲ ਜੇ ਕੋਈ ਮੁੰਡਾ ਕਿਤੇ ਵੀ ਜਾ ਕੇ ਬਾਹਰ ਸੈਕਸ ਕਰਦਾ, ਉਹ ਕਿਸੇ ਕੁੜੀ ਨਾਲ ਤੇ ਕਰ ਹੀ ਰਿਹਾ ਨਾ ਜੀ। ਤੇ ਜੇ ਕੁੜੀ ਕਿਸੇ ਨਾਲ ਕਰ ਰਹੀ, ਉਹ ਵੀ ਮੁੰਡੇ ਨਾਲ ਕਰ ਰਹੀ ਹੈ, ਤੇ ਉਹ ਮੁੜ ਕੇ ਕਿਸੇ ਹੋਰ ਨਾਲ ਵਿਆਹ ਵੀ ਕਰਾ ਰਹੇ ਨੇ। ਫਿਰ ਜੋ ਆਪਾਂ ਲਾਨਤਾਂ ਪਾਉਂਦੇ ਆ ਕਿ ਇਹ ਕਰੈਕਟਰਲੈਸ ਹੈ ਜੀ ਮੁੰਡਾ ਜਾਂ ਕੁੜੀ ਕਰੈਕਟਰਲੈਸ ਹੈ, ਤੇ ਕਰੈਕਟਰਲੈਸ ਤੇ ਆਪਾਂ ਫਿਰ ਦੋਵੇਂ ਹੀ ਆ। ਤੇ ਕਿਉਂ ਨਾ ਆਪਾਂ ਪਹਿਲੇ ਦਿਨ ਤੋਂ ਕੰਟਰੋਲ ਕਰੀਏ। ਹਰ ਚੀਜ਼ ਸਮੇਂ ਮੁਤਾਬਕ ਮਾਂ ਪਿਓ ਨੂੰ ਵੀ ਤੁਹਾਡੀ ਚਿੰਤਾ ਹੋ ਜਾਣੀ ਹੈ, ਪਰ ਕੋਸ਼ਿਸ਼ ਕਰੋ ਇਸ ਮਾੜੇ ਸੁਨੇਹੇ ਤੋਂ ਜਿਹੜਾ ਤੁਸੀਂ ਪਬਲਿਕ ਨੂੰ ਦਿੰਦੇ ਹੋ ਤੋਂ ਬਚੋ, ਤੇ ਆਪ ਵੀ ਪਰੇਸ਼ਾਨੀ ਤੋਂ ਬਚੋ। ਆਪਣੀ ਕਮਾਈ ਜਮ੍ਹਾਂ ਪੂੰਜੀ ਲੱਖਾਂ ਕਰੋੜਾਂ ਰੁਪਏ ਥਾਣੇ ਵਕੀਲਾਂ 'ਚ ਦੇ ਕੇ ਬਰਬਾਦ ਨਾ ਕਰੋ। ਇਹ ਐਸਾ ਭੁੱਸਾ ਹੈ ਜਿਹੜਾ ਕਦੀ ਤੁਹਾਨੂੰ, ਔਰ ਇਹਦੇ 'ਚ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਆਪਣੀ ਸਰਕਾਰ ਨੂੰ ਕਿ ਆਥੋਰਾਈਜ਼ ਸੈਕਸ ਵਰਕਰ ਸੈਂਟਰ ਖੋਲ੍ਹ ਦੇਵੇ। ਫਿਰ ਰੌਲਾ ਮੁੱਕ ਜਾਊਗਾ। ਸਰ ਦੇਖੋ, ਮੇਰੀ ਇੱਛਾ ਮੈਂ ਕਰਨਾ ਚਾਹੁੰਦਾ, ਤੁਹਾਡੀ ਇੱਛਾ ਤੁਸੀਂ ਵੀ ਕਰਨਾ ਚਾਹੁੰਦੇ ਹੋ, ਤੇ ਇੱਕ ਹੋਟਲ ਹੋਵੇ, 2 ਐਂਟਰੀਆਂ ਸੈਪਰੇਟ ਹੋਣ, ਲੜਕੀ ਇੱਕ ਪਾਸਿਓਂ ਜਾਵੇ, ਉੱਥੇ ਉਹਦੇ ਕਾਉਂਸਲਰ ਬੈਠੇ ਹੋਣ, ਉਹ ਆਪਣਾ ਆਇਡੈਂਟੀ ਪ੍ਰੂਫ ਦੇਵੇ ਕਿ ਹਾਂਜੀ ਮੇਰਾ ਮਨ ਹੈ ਅੱਜ ਮੈਂ ਕਰਨਾ ਹੀ ਆ, ਮੁੰਡਾ ਕਹਿੰਦਾ ਹਾਂਜੀ ਮੈਂ ਵੀ ਕਰਨਾ ਹੈ ਜੀ। ਅੰਦਰ ਜਾ ਕੇ ਤੁਹਾਨੂੰ ਫ੍ਰੀ ਸੈਕਸ ਦੀ ਪਾਵਰ ਹੋਵੇ ਕਿ ਤੁਸੀਂ ਕਰੋ। ਫੋਰਨ 'ਚ ਹੈਗੇ ਨੇ, ਆਸਟਰੀਆ ਵਿੱਚ ਕਾਲਜ ਖੁੱਲ੍ਹਿਆ ਆ, ਸਕੂਲ ਆਫ ਸੈਕਸ, 6 ਮਹੀਨੇ ਦਾ ਕੋਰਸ ਹੈ, ਲੱਖ ਰੁਪਏ ਫੀਸ ਹੈ, ਜਾਓ ਸਿੱਖਾਓ, ਪੜ੍ਹਾਉਂਦੇ ਨੇ। ਯੈਸ, ਇਟ ਸ਼ੁੱਡ ਬੀ ਐਨ ਐਜੂਕੇਸ਼ਨ। ਮੈਂਟਲੀ ਅਸੀਂ ਇਹਨੂੰ ਕਿਉਂ ਹਵਾ ਬਣਾਇਆ ਹੋਇਆ ਹੈ, ਕਿਉਂ ਪਬਲਿਕ ਨੂੰ ਅਸੀਂ ਇਹੋ ਜਿਹਾ ਕਹਿੰਦੇ ਆ। ਅਸੀਂ ਕਿਹੜਾ ਨਹੀਂ ਕਰਦੇ, ਮੈਂ ਵਿਆਹ ਕੀਤਾ, ਮੈਂ ਸਭ ਕੁਝ ਕੀਤਾ ਨਾ, ਮੈਂ ਵੀ ਬੱਚਾ ਪੈਦਾ ਕੀਤਾ, ਮੈਨੂੰ ਵੀ ਕਿਹੜੀ ਕਲਾਸ 'ਚ ਨਹੀਂ ਪੜ੍ਹਾਇਆ ਗਿਆ। ਕਿਉਂ ਨਾ ਇਹਦਾ ਐਜੂਕੇਸ਼ਨ ਸੈਂਟਰ ਖੋਲ੍ਹ ਦਿੱਤਾ ਜਾਵੇ, ਕਿਉਂ ਨਾ ਲੀਗਲ ਸੈਕਸ ਵਰਕਰ ਦੇ ਸੈਂਟਰ ਖੁੱਲ੍ਹੇ ਜਾਣ। ਔਰ ਜਿਹੜਾ ਨੋਟ ਓਨਲੀ ਸਰ, ਉਹਦੇ ਨਾਲ ਦੇਖੋ ਨਾ ਮੇਰੇ ਅੰਦਰ ਪੜਾਸ ਇਕੱਠੀ ਹੋਈ ਹੈ, ਮੈਂ ਕਰਨਾ ਚਾਹੁੰਦਾ, ਮੇਰੇ ਕੋਲ ਜਗ੍ਹਾ ਹੋਵੇ, ਮੈਂ ਜਾਵਾਂ, ਉਹਦੇ ਪੈਸੇ ਭਰਾਂ ਤੇ ਮੈਂ ਕਰਕੇ ਆ ਜਾ। ਨਾ ਕੋਈ ਦੇਖੋ ਸਾਡੇ ਸਮਾਜ ਦੀ ਕਿੰਨੀ ਬੁਰਾਈ ਬਚੇਗੀ, ਸਾਡੇ ਸੁਸਾਇਟੀ 'ਚ ਜੋ ਗੰਦ ਫੈਲ ਰਿਹਾ ਉਹ ਬਚੇਗਾ, ਬਦਨਾਮੀ ਤੋਂ ਬਚਾਂਗੇ। ਪੰਜਾਬ, ਸਾਡੀ ਪੁਲਿਸ, ਸਾਡੇ ਕੋਰਟਾਂ, ਕਿੰਨਾ ਕੁਝ ਖਾਲੀ ਹੋ ਜਾਏਗਾ ਕਿ ਉਹ ਮੁੱਦਾ ਹੀ ਨਹੀਂ ਆਣਾ ਉੱਥੇ। ਦੋਨੋਂ ਆਪਣੀ ਕੰਸੈਂਟ ਨਾਲ ਗਏ, ਉੱਥੋਂ ਦਾ ਪੇਡ ਵਰਕਰ ਲੈ ਲਓ, ਚਾਹੇ ਆਪਣਾ ਸਾਥੀ ਨਾਲ ਲੈ ਜਾਓ, ਚੈਪਟਰ ਹੀ ਰੌਲਾ ਹੀ ਖਤਮ ਹੈ। ਆਥੋਰਾਈਜ਼ ਕਰ ਦਿੱਤਾ ਜਾਣਾ ਚਾਹੀਦਾ। ਜੇ ਲਿਵਿੰਗ ਇਨ ਕਰ ਦਿੱਤਾ ਆਥੋਰਾਈਜ਼, ਤੇ ਇਹਦੇ 'ਚ ਕਿਹਨੂੰ ਕੀ ਇਤਰਾਜ਼ ਹੈ ਜੀ। ਹਾਂ ਮੈਂ ਕਰਾਂ ਤੇ ਬੜੀ ਵਧੀਆ ਗੱਲ ਹੈ, ਸੁਮਿਤ ਕਰੇ ਤੇ ਕਰੈਕਟਰਲੈਸ ਹੈ, ਮਤਲਬ ਮੈਂ ਕरूँ तो ਕਰੈਕਟਰ ਢੀਲਾ, वो करे तो ਮਤਲਬ। ਤੇ ਬਿਲਕੁਲ ਸਹੀ ਗੱਲ ਹੈ, ਕਿਉਂਕਿ ਖੈਰ ਇਹ ਚੀਜ਼ਾਂ ਤਾਂ ਹੁਣ ਨਾ ਹੋਣਗੀਆਂ ਪਤਾ ਨਹੀਂ, ਪਰ ਜਿਵੇਂ ਕਿ ਵਕੀਲ ਸਾਹਿਬ ਨੇ ਦੱਸਿਆ ਕਿ ਜਿਹੜਾ ਕਾਨੂੰਨ ਹੈ, ਜਦੋਂ ਕਾਨੂੰਨ ਪਤਾ ਹੋਵੇ, ਵੈਸੇ ਤਾਂ ਜਦੋਂ ਕਹਿੰਦੇ ਹੁੰਦੇ ਨੇ ਵੀ ਕਿਸੇ ਮਸਲੇ 'ਚ ਕੋਈ ਬੰਦਾ ਪੈ ਜਾਂਦਾ ਉਸ ਤੋਂ ਬਾਅਦ 'ਚ ਉਹ ਅੱਧਾ ਵਕੀਲ ਬਣ ਜਾਂਦਾ, ਜਿਵੇਂ ਕਹਿੰਦੇ ਹੁੰਦੇ ਨੇ, ਜਾਂ ਕੋਈ ਇਲਾਜ ਕਰਾਉਂਦਾ ਅੱਧਾ ਡਾਕਟਰ ਬਣ ਜਾਂਦਾ, ਤਾਂ ਉਸੇ ਤਰ੍ਹਾਂ ਦੇ ਨਾਲ ਗੱਲ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਪੈਦਾ ਹੁੰਦੀ ਹੈ ਤਾਂ ਸਾਨੂੰ ਅਵੇਅਰ ਹੋਣ ਦੀ ਬਹੁਤ ਲੋੜ ਹੈ। ਉਹਦੇ ਨਾਲ ਇਹ ਹੈ ਵੀ ਝੂਠੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ। ਖੈਰ ਕਿਸੇ ਨਾਲ, ਜਿਵੇਂ ਇਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਆਪਦੀ ਸੋਚ ਇੱਕ ਮਾੜੀ ਲੈ ਕੇ ਚੱਲਦੇ ਹੋ ਤਾਂ ਫਿਰ ਹੋ ਸਕਦਾ ਵੀ ਕਦੇ ਨਾ ਕਦੇ ਅਜਿਹੇ ਅੰਜਾਮ ਭੁਗਤਣੇ ਪੈ ਸਕਦੇ ਨੇ। ਸੀਨੀਅਰ ਵੀਡੀਓ ਜਰਨਲਿਸਟ ਵਿੰਤੇਜ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।